श्री अर्जन बिघ्नन के नाशक, बिघ्नन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह विसाला, तरों तहरा पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक ओंकार सतगुरु तेह प्रसाद सच होए। वाहे गुरु जी की फतेह, विघ्न विनाशन सोए। सतनाम श्री वाहिगुरु साहिब जीओ। दोहरा जन्म्यो पुत्र आनंद पा, सब अज्ञानन के माहे। बदी बधाई बिबध बिद, गाए करत उत्साहे। जन्म्यो पुत्र आनंद पा, सब ज्ञातन के माहे। सच्चे पातशाह गरीब नवाज दीन दुनिया दे मालक, चबर छत्र तखत दे मालक, समर्थ गुरु परतख गुरु दीन दयाल कृपाल अंतरजामी पूਰਨ पार ब्रह्म परमेश्वर वाहिगुरु अकाल पुरख सबरूप सच्चे पातशाह। दासां गरीबां सिखां सेवकां दे उत्ते सदा ही किरपा करन वाले, दया करन वाले, रहमतां करन वाले, बख्शिशां करन वाले वाहिगुरु अकाल पुरख स्वरूप सच्चे पातशाह। मुकत भुगत जुगत दे दाते सच्चे पातशाह। सबना उत्ते किरपा करन वाले, हाजरा हजूर जहरा जहूर, सर्ब कला भरपूर अंतरजामी सुख निधान सच्चे पातशाह। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। कोई रसना बांझी ना रहे, प्यार दे नाल गज के सारी संगत उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी धन महाराज। धन श्री गुरु ग्रंथ साहिब जी महाराज। धन धन श्री गुरु ग्रंथ साहिब जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु गरीब नवाज साहब जी ने साडे सारिਆਂ ਤੇ ਕਿਰਪਾ ਕੀਤੀ ਹੈ। ਆਪਾਂ ਸਾਰੇ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ, ਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹਾਂ। ਭਾਈ ਜਸਵੀਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ ਹੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ
ਫੰਦਾ ਫੰਦਾ। ਇਹ ਸ਼ਬਦ ਕੀਰਤਨ ਰੂਪ ਵਿੱਚ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਸਾਰੀਆਂ ਸੰਗਤਾਂ ਆਪਾਂ ਹਾਜ਼ਰੀ ਗਰੀਬ ਨਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਈਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਦਾ ਕੁੰਭ ਲਾ ਕੇ ਬੈਠੇ ਹੈ, ਬਰਕਤਾਂ ਰਹਿਮਤਾਂ ਦਾ ਕੁੰਭ ਲਾ ਕੇ ਬੈਠੇ ਹੈ। ਆਪ ਜੀ ਕਥਾ ਸਰਵਣ ਕਰ ਰਹੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਨਿਰਮਾਣ ਦੀ। ਬੜੇ ਵੱਡੇ ਪੱਧਰ ਤੇ ਸੇਵਾ ਹੋ ਰਹੀ ਹੈ। ਜਿੱਥੇ ਆਮ ਗੁਰੂ ਕੇ ਸਿੱਖ ਪਿਆਰ ਵਾਲੇ ਸ਼ਰਧਾਲੂ ਆ ਕੇ ਸੇਵਾ ਕਰ ਰਹੇ ਨੇ, ਉੱਥੇ ਬੜੇ ਬੜੇ ਬ੍ਰਹਮ ਗਿਆਨੀ ਸਿੱਖ ਆ ਕੇ ਵੀ ਸੇਵਾ ਕਰ ਰਹੇ ਨੇ। ਉਹਨਾਂ ਬ੍ਰਹਮ ਗਿਆਨੀ ਸਿੱਖਾਂ ਦਾ ਨਾਮ ਆਪ ਜੀ ਨੇ ਸਰਵਣ ਕੀਤਾ। ਕਵੀ ਸੰਤੋਖ ਸਿੰਘ ਜੀ ਨੇ ਸਾਡੇ ਤੇ ਬੜਾ ਹੀ ਪਰਉਪਕਾਰ ਕੀਤਾ ਜੀ, ਸਾਡੇ ਤੇ ਬੜੀ ਕਿਰਪਾ ਕੀਤੀ। ਉਹ ਇਹ ਹੈ, ਜਿਨ੍ਹਾਂ ਬ੍ਰਹਮ ਗਿਆਨੀ ਸਿੱਖਾਂ ਦੇ ਤੁਸੀਂ ਨਾਮ ਸਰਵਣ ਕੀਤੇ ਨਾ ਜੀ, ਕਥਾ ਦੇ ਦੌਰਾਨ ਨਾਲ ਹੀ ਉਹਨਾਂ ਦਾ ਟੂਕ ਮਾਤਰ ਜੀਵਨ ਵੀ ਲਿਖ ਦਿੱਤਾ ਜੀ, ਤਾਂ ਕਿ ਸਾਨੂੰ ਪਤਾ ਲੱਗੇ ਉਹ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ 'ਚ ਕੀ ਘਾਲਣਾ ਘਾਲੀ, ਜਿਨ੍ਹਾਂ ਤੋਂ ਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜੀ। ਤੁਸੀਂ ਜੀਵਨ ਜਿਹੜਾ ਸਰਵਣ ਕਰ ਰਹੇ ਸੀਗੇ, ਧੰਨ ਧੰਨ ਭਾਈ ਭਗਤੂ ਜੀ ਦਾ ਜੀਵਨ ਸਰਵਣ ਕਰ ਰਹੇ ਸੀਗੇ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਭਾਈ ਭਗਤੂ ਜੀ। 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 ਭਾਈ ਭਗਤੂ ਜੀ ਦਾ ਬੜਾ ਹੀ ਮਹਾਨ ਜੀਵਨ ਜੀ, ਬੜੀਆਂ ਬਰਕਤਾਂ ਭਰਿਆ ਜੀਵਨ, ਬੜੀਆਂ ਰਹਿਮਤਾਂ ਵਾਲਾ ਜੀਵਨ ਉਹ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਕੱਲ ਤੁਸਾਂ ਨੇ ਸਰਵਣ ਕੀਤਾ ਭਾਈ ਭਗਤੂ ਜੀ ਦਾ ਜਨਮ ਕਿਵੇਂ ਹੁੰਦਾ ਹੈ ਜੀ। ਭਾਈ ਭਗਤੂ ਜੀ ਦੇ ਮਾਤਾ ਪਿਤਾ ਬਾਬਾ ਆਦਮ ਜੀ, ਭਾਈ ਭਗਤੂ ਜੀ ਦੇ ਪਿਤਾ ਜੀ, ਭਾਈ ਭਗਤੂ ਜੀ ਦੇ ਮਾਤਾ ਜੀ ਬਹੁਤ ਬਜ਼ੁਰਗ ਹੋ ਗਏ ਨੇ, ਨਿਰਾਸ਼ ਨੇ ਕਿ ਅਸੀਂ ਬੇਫਾਲੀ ਧਰਤੀ ਤੋਂ ਚਲੇ ਜਾਣਾ ਹੈ। ਬਜ਼ੁਰਗੀ ਦੀ ਉਮਰ ਹੈ, ਕੁੱਲ ਦਾ ਕੋਈ ਚਿਰਾਗ ਨਹੀਂ ਹੈ, ਕੁੱਲ ਦਾ ਕੋਈ ਦੀਵਾ ਨਹੀਂ ਹੈ, ਕੋਈ ਸੰਤਾਨ ਨਹੀਂ ਹੈ। ਭਾਈ ਭਗਤੂ ਜੀ ਬੜੇ ਉਦਾਸ ਫਿਰ ਰਹੇ ਨੇ, ਬੜੀਆਂ ਥਾਵਾਂ ਤੇ ਗਏ, ਬੜਿਆਂ ਦੀ ਸੇਵਾ ਕੀਤੀ ਪਰ ਗੱਲ ਨਹੀਂ ਬਣੀ ਜੀ। ਬਾਬਾ ਆਦਮ ਜੀ ਵਾਹਿਗੁਰੂ, ਬਾਬਾ ਆਦਮ ਜੀ ਬੜੀਆਂ ਹੀ ਥਾਵਾਂ ਤੇ ਗਏ, ਉਦਾਸ ਫਿਰੇ ਆ, ਸੇਵਾ ਵੀ ਕੀਤੀ, ਗੱਲ ਨਹੀਂ ਬਣੀ ਜੀ। ਤੁਸੀਂ ਸਰਵਣ ਕੀਤਾ, ਇੱਕ ਦਿਨ ਬਾਬਾ ਆਦਮ ਜੀ ਨੂੰ ਗੁਰੂ ਦਾ ਪਿਆਰਾ ਸਿੱਖ ਮਿਲ ਗਿਆ ਜੀ। ਉਸ ਸਿੱਖ ਨੇ ਬਾਬਾ ਆਦਮ ਜੀ ਨੂੰ ਉਦਾਸੀ ਦਾ ਕਾਰਨ ਪੁੱਛਿਆ। ਬਾਬਾ ਜੀ ਉਹਨਾਂ ਨੇ ਕਾਰਨ ਦੱਸਿਆ। ਸਿੱਖ ਕਹਿਣ ਲੱਗਾ, ਭਾਈ ਪਿਆਰਿਆ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਇਸ ਧਰਤੀ ਤੇ ਖੁਦ ਰੱਬ, ਖੁਦ ਪਰਮੇਸ਼ਰ ਧੰਨ ਗੁਰੂ ਰਾਮਦਾਸ ਜੀ ਵਿਚਰ ਰਹੇ ਨੇ, ਤੁਸੀਂ ਉਹਨਾਂ ਦੇ ਚਰਨਾਂ ਵਿੱਚ ਜਾਓ, ਜ਼ਰੂਰ ਕਿਰਪਾ ਹੋਏਗੀ ਜੀ। ਬਾਬਾ ਆਦਮ ਜੀ ਨੇ ਸੋਚਿਆ ਮੈਂ ਬਜ਼ੁਰਗ ਹੋ ਗਿਆ, ਹੁਣ ਪਤਾ ਨਹੀਂ ਕਿਰਪਾ ਹੋਣੀ ਹੈ ਕਿ ਨਹੀਂ ਹੋਣੀ, ਪਰ ਕੋਈ ਗੱਲ ਨਹੀਂ, ਬਜ਼ੁਰਗੀ ਦਾ ਵੇਲਾ, ਔਲਾਦ ਨਾ ਵੀ ਹੋਵੇ, ਗੁਰੂ ਘਰ ਦੀ ਸੇਵਾ ਕਰੀਏ, ਮੁਕਤੀ ਤੇ ਮਿਲੇਗੀ ਨਾ। ਤੇ ਫਿਰ ਤੁਸੀਂ ਸਰਵਣ ਕੀਤਾ। ਬਾਬਾ ਆਦਮ ਜੀ ਮਾਲਵੇ ਵਿੱਚੋਂ ਤੁਰੇ ਆਏ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਅੰਤੀ ਸੇਵਾ ਕੀਤੀ ਜੀ। ਲੋੜ ਪਈ, ਠੰਡ ਬਹੁਤ ਜ਼ਿਆਦਾ ਹੈ, ਸੰਗਤਾਂ ਨੂੰ ਅੰਗੀਠੀਆਂ ਬਾਲ ਕੇ ਦਿੱਤੀਆਂ। ਮਹਾਰਾਜ ਉਹਨਾਂ ਦੀ ਸੇਵਾ ਤੋਂ ਖੁਸ਼ ਹੋਏ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਪ੍ਰੇਮੀਓ ਲੈ ਕੇ ਆਓ ਉਸ ਸਿੱਖ ਨੂੰ ਜਿਹਨੇ ਇਹ ਸੇਵਾ ਕੀਤੀ ਹੈ। ਬਾਬਾ ਆਦਮ ਜੀ ਨੂੰ ਅਗਲੇ ਦਿਨ ਲੈ ਕੇ ਆਂਦਾ। ਹਜੂਰ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਆਦਮ ਜੀ ਨੂੰ, ਤੁਹਾਡੀ ਸੇਵਾ ਥਾਂ ਪੈ ਗਈ, ਕੁਝ ਮੰਗ ਲਓ। ਬਾਬਾ ਆਦਮ ਜੀ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਚਾਹੀਦਾ ਕੁਝ ਨਹੀਂ, ਦਰਸ਼ਨ ਦੇ ਦਿਓ, ਰੋਜ਼ ਤੁਹਾਡੇ ਦਰਸ਼ਨ ਹੋਣੇ ਵੀ ਇਹੋ ਹੀ ਦਾਤ ਹੈ, ਇਹੋ ਮੰਗ ਹੈ, ਇਹ ਕਿਰਪਾ ਕਰੋ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਬਾਬਾ ਆਦਮ ਜੀ
ਜੋ ਤੁਸੀਂ ਮੰਗਣਾ ਚਾਹੁੰਦੇ ਉਹ ਨਹੀਂ ਮੰਗ ਰਹੇ, ਇਹ ਉੱਤੋਂ ਉੱਤੋਂ ਮੰਗ ਰਹੇ ਜੀ। ਚੇਤਾ ਰੱਖਿਓ, ਉੱਤੋਂ ਉੱਤੋਂ ਕੁਝ ਵੀ ਮੰਗੀਏ ਉਹ ਨਹੀਂ ਮਿਲਦਾ ਜੀ। ਜੋ ਹਿਰਦੇ ਤੋਂ ਬੰਦਾ ਮੰਗਦਾ ਹੋਵੇ ਉਹ ਗੁਰੂ ਸਾਹਿਬ ਦਾਤੇ ਨੇ, ਸਮਰੱਥ ਨੇ। ਨਾ ਵੀ ਭਾਗਾਂ ਵਿੱਚ ਹੋਵੇ ਗੁਰੂ ਸਾਹਿਬ ਤਾਂ ਵੀ ਦਿੰਦੇ ਨੇ ਜੀ। ਭਾਈ ਭਗਤੂ ਜੀ ਨੂੰ ਬਾਬਾ ਆਦਮ ਜੀ ਨੂੰ ਕਿਹਾ, ਜਾਓ ਆਪਣੇ ਘਰ ਜਾ ਕੇ ਸਲਾਹ ਕਰਕੇ ਆਇਓ। ਬਾਬਾ ਆਦਮ ਜੀ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ, ਦੋਵਾਂ ਨੇ ਫੁਰਨਾ ਬਣਾਇਆ, ਆਪਾਂ ਗੁਰੂ ਸਾਹਿਬ ਕੋ ਦਾਤ ਮੰਗਣੀ ਹੈ। ਅਗਲੇ ਦਿਨ ਪਹੁੰਚੇ, ਉਹ ਵੀ ਗੁਰੂ ਸਾਹਿਬ ਨੇ ਸੱਦਾ ਭੇਜਿਆ। ਅਗਲੇ ਦਿਨ ਜਦੋਂ ਪਹੁੰਚੇ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਕਹਿੰਦੇ, ਮਹਾਰਾਜ ਫਿਰ ਕਿਰਪਾ ਕਰੋ ਸੰਤਾਨ ਦੀ ਦਾਤ ਦੇ ਦਿਓ। ਲੋਕ ਸੁਣ ਕੇ ਹੈਰਾਨ ਹੋਣ ਵੀ ਕਿੱਡੇ ਬੁੱਢੇ ਹੋ ਗਏ ਐ ਤੇ ਵੇਖੋ ਕੀ ਮੰਗ ਰਹੇ ਨੇ। ਪਰ ਮਹਾਰਾਜ ਨੂੰ ਪਤਾ ਸੀ। ਨੇਤਰ ਬੰਦ ਕੀਤੇ ਗੁਰੂ ਰਾਮਦਾਸ ਜੀ ਨੇ, ਚੰਗੀ ਤਰ੍ਹਾਂ ਭਾਗ ਵੇਖੇ, ਨੇਤਰ ਖੋਲ ਕੇ ਕਹਿਣ ਲੱਗੇ, ਤੁਹਾਡੇ ਭਾਗਾਂ ਵਿੱਚ ਨਹੀਂ ਹੈਗੀ। ਇਹਨਾਂ ਨਹੀਂ ਕੁਝ ਬੋਲਿਆ, ਹੱਥ ਜੋੜ ਕੇ ਖਲੋਤੇ ਰਹੇ। ਮੰਗਣ ਵਾਲਾ ਬਸ ਮਾਲਕ ਦੇ ਦਰ ਤੇ ਪਿਆ ਰਵੇ। ਜਿਸ ਮਾਲਕ ਦੇ ਦਰ ਤੇ ਆਪਾਂ ਪਏ ਹੋਏ ਆ, ਉਸ ਮਾਲਕ ਨੂੰ ਵੀ ਸ਼ਰਮ ਹੁੰਦੀ ਹੈ। ਭਾਵ ਉਹਦਾ ਬਿਰਧ ਹੈ, ਉਹਨੇ ਸਾਡੇ ਤੇ ਬਖਸ਼ਿਸ਼ ਕਰਨੀ ਹੈ। ਅਖੀਰ ਗੁਰੂ ਰਾਮਦਾਸ ਜੀ ਨੇ ਕਿਹਾ, ਕਈ ਜਨਮਾਂ ਤੱਕ ਤੁਹਾਡੇ ਭਾਗਾਂ ਵਿੱਚ ਨਹੀਂ ਹੈਗੀ ਇਹ ਦਾਤ, ਪਰ ਕੋਈ ਗੱਲ ਨਹੀਂ, ਤੁਹਾਡੇ ਭਾਗਾਂ 'ਚ ਲਿਖ ਦਿੰਨੇ ਆ। ਕਹਿਣ ਲੱਗੇ, ਤੁਸੀਂ ਸੁਣਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਸਾਡੀ ਭਗਤੀ ਦੀ ਅੰਸ਼ ਵਿੱਚੋਂ ਤੁਹਾਡੇ ਘਰ ਪੁੱਤਰ ਪੈਦਾ ਹੋਏਗਾ। ਪੁੱਤਰ ਕੀ ਪੈਦਾ ਹੋਏਗਾ? ਗੁਰੂ ਹੀ ਪੈਦਾ ਹੋਏਗਾ। ਕਹਿਣ ਲੱਗੇ, ਜ਼ਰੂਰੀ ਨਹੀਂ ਜਿਹੜਾ ਗੁਰਤਾ ਗੱਦੀ ਤੇ ਬੈਠਾ ਉਹਨੂੰ ਮਹਾਰਾਜ ਨੇ ਗੁਰੂ ਕਿਹਾ। ਗੁਰੂ ਦਾ ਭਾਵ ਪੂਜਨੀਕ ਵੀ ਹੈਗਾ ਜੀ। ਮਹਾਰਾਜ ਕਹਿੰਦੇ ਪੂਜਨੀਕ ਪੁੱਤਰ ਪੈਦਾ ਹੋਏਗਾ। ਉਹਦਾ ਨਾਮ ਪਤਾ ਕੀ ਰੱਖਣਾ ਹੈ? ਉਹਦਾ ਨਾਮ ਭਗਤੂ ਰੱਖਣਾ ਹੈ। ਵੇਖੋ, ਜਨਮ ਤੋਂ ਪਹਿਲਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਾਮ ਵੀ ਰੱਖ ਦਿੱਤਾ ਜੀ। ਹਾਂਜੀ, ਭਾਈ ਭਗਤੂ ਜੀ ਨਾਮ ਰੱਖਿਆ। 1 ਸਾਲ ਬਾਅਦ ਬਜ਼ੁਰਗ ਜੋੜੇ ਦੇ ਘਰ ਵਿੱਚ ਪੁੱਤਰ ਦਾ ਜਨਮ ਹੋ ਗਿਆ ਜੀ। ਹਾਂਜੀ, ਬਾਬਾ ਆਦਮ ਜੀ ਸੋਚਦੇ ਸਨ, ਜਿਹੜਾ ਰੁੱਖ ਸੋਕੀ ਜਾਵੇ ਉਹਨੂੰ ਕਦੀ ਫਲ ਨਹੀਂ ਲੱਗਦਾ। ਪਰ ਦਾਸ ਕਥਾ ਆਰੰਭ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਪਿਆਰਿਓ, ਇਹ ਗੁਰੂ ਦਾ ਘਰ ਹੈ। ਗੁਰੂ ਦਾ ਘਰ ਬਹੁਤ ਵੱਡਾ ਹੈ। ਇੱਥੇ ਸੁੱਕੇ ਹੋਏ ਰੁੱਖਾਂ ਨੂੰ ਵੀ ਮਹਾਰਾਜ ਫਲ ਲਾ ਦਿੰਦੇ ਨੇ ਜੀ। ਇੱਥੇ ਸੁੱਕੇ ਰੁੱਖਿਆਂ ਨੂੰ ਵੀ ਫਲ ਲਾ ਦਿੰਦੇ ਆ। ਇੱਥੇ ਸੱਚੇ ਪਾਤਸ਼ਾਹ ਕੰਡਿਆਂ ਵਾਲੇ ਰੁੱਖਾਂ ਨੂੰ ਵੀ ਫਲ ਲਾ ਦਿੰਦੇ ਹਨ ਜੀ। ਇੱਥੇ ਸਤਿਗੁਰੂ ਕਿੱਕਰਾਂ ਨੂੰ ਵੀ ਬੇਰ ਲਾ ਦਿੰਦੇ ਆ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਰੀਠਿਆਂ ਨੂੰ ਵੀ ਮਿੱਠੀਆਂ ਕਰ ਦਿੰਦੇ ਨੇ ਜੀ। ਸਤਿਗੁਰੂ ਦਾ ਦਰ ਬਹੁਤ ਵੱਡਾ ਹੈ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ ਹਨ। ਸਾਰੇ ਨਗਰ 'ਚ ਰੌਲਾ ਪੈ ਗਿਆ, ਉਹ ਬੁੱਢਿਆਂ ਦੇ ਘਰ ਵੀ ਸੰਤਾਨ ਪੈਦਾ ਹੋ ਗਈ ਹੈ। ਤੇ ਉਹ ਖੁਦ ਦੱਸਣ, ਬਾਬਾ ਆਦਮ ਜੀ, ਇਹ ਸਾਡੇ ਵੱਸ ਕੁਝ ਨਹੀਂ ਹੈਗਾ, ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੈ। ਕਿਰਪਾ ਭੱਟ ਜੀ ਇਸੇ ਕਰਕੇ ਕਹਿੰਦੇ ਆ, ਕਹਿੰਦੇ ਗੁਰ ਰਾਮਦਾਸ ਸਰ ਅਭਰ ਭਰੇ, ਜਿਹੜੇ ਕਿਤੋਂ ਨਹੀਂ ਭਰੇ ਜਾ ਸਕਦੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਭਰ ਦਿੰਦੇ ਨੇ ਜੀ। ਚੇਤਾ ਰੱਖਿਓ, ਕਿਤੋਂ ਵੀ ਝੋਲੀ ਨਾ ਭਰੇ, ਇਹ ਦਰ ਐਸਾ ਹੈ, ਇੱਥੋਂ ਬੰਦੇ ਦੀ ਝੋਲੀ ਭਰ ਜਾਂਦੀ ਹੈ। ਕਿਤੋਂ ਵੀ ਝੋਲੀ ਨਾ ਭਰੇ, ਇੱਥੋਂ ਝੋਲੀ ਭਰੀ ਜਾਂਦੀ ਹੈ। ਆਮ ਹੀ ਇੱਕ ਗੱਲ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਗੱਲ ਇਹ ਕਰਦੇ ਹੁੰਦੇ ਆ, ਕਹਿੰਦੇ ਆ, ਭਾਈ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਉਹਦੀ ਕਿਤੋਂ ਵੀ ਨਹੀਂ ਪੈਣੀ। ਪਰ ਇਹੋ ਜਿਹਾ ਕੋਈ ਹੈ ਹੀ ਨਹੀਂ ਇਨਸਾਨ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਾ ਪਵੇ। ਇੱਥੋਂ ਸਾਰਿਆਂ ਨੂੰ ਪੂਰੀਆਂ ਪੈਂਦੀਆਂ ਨੇ, ਬਖਸ਼ਿਸ਼ਾਂ ਹੁੰਦੀਆਂ ਨੇ, ਰਹਿਮਤਾਂ ਹੁੰਦੀਆਂ ਹਨ। ਸੋ ਹੁਣ ਅੱਗੇ ਕੀ ਹੋਇਆ, ਇਹ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਨਾਲ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਜਨਮਿਓ ਪੁੱਤਰ ਆਨੰਦ ਭਾ, ਸਭ ਗਿਆਤਨ ਕੇ ਮਾਹੇ। ਜਦੋਂ ਬਜ਼ੁਰਗਾਂ ਦੇ ਘਰ ਪੁੱਤ ਪੈਦਾ ਹੋਇਆ ਨਾ ਜੀ, ਤੇ ਜਿੰਨੇ ਗਿਆਤਨ ਸਨ, ਜਾਣ ਪਛਾਣ ਵਾਲੇ ਸਨ, ਜਿੰਨਾ ਸ਼ਰੀਕਾ ਸੀਗਾ, ਬਾਬੇ ਆਦਮ ਦੇ ਘਰ ਪੁੱਤਰ ਪੈਦਾ ਹੋਣ ਤੋਂ ਸਾਰੇ ਹੀ ਬੜੇ ਖੁਸ਼ ਹੋਏ ਜੀ। ਇੱਕ ਗੱਲ ਚੇਤਾ ਰੱਖਿਓ, ਜਿਹੜਾ ਸ਼ਰੀਕਾ ਹੁੰਦਾ ਹੈ ਨਾ, ਇਹ ਨਹੀਂ ਛੇਤੀ ਖੁਸ਼ ਹੁੰਦਾ ਜੀ। ਹਾਂਜੀ, ਹੋਰ ਲੋਕ ਭਾਵੇਂ ਖੁਸ਼ ਹੋ ਜਾਣ, ਸ਼ਰੀਕਾ ਨਹੀਂ ਖੁਸ਼ ਹੁੰਦਾ ਜੀ। ਪਰ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਵਰਤੀ, ਸ਼ਰੀਕਾ ਵੀ ਸਾਰਾ ਬੜਾ ਖੁਸ਼ ਹੋ ਗਿਆ ਜੀ। ਸਾਰੇ ਬੜੇ ਖੁਸ਼ ਹੋਏ। ਬਧੀ ਬਧਾਈ ਬਿਬਧ ਬਿਧ, ਗਾਏ ਕਰਤ ਉਤਸ਼ਾਹੇ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਬਾਬਾ ਭਗਤੂ ਜੀ ਦੀ ਬਜ਼ੁਰਗ ਮਾਤਾ ਨੂੰ ਆ ਕੇ ਸਾਰੇ ਵਧਾਈਆਂ ਦਿੰਦੇ ਆ। ਬਜ਼ੁਰਗ ਬਾਬਾ ਆਦਮ ਜੀ ਨੂੰ ਵਧਾਈਆਂ ਦਿੰਦੇ ਆ। ਬਾਬਾ ਆਦਮ ਜੀ ਨੂੰ ਤੇ ਮਾਨੋ ਸਰੀਰ ਛੱਡਦਿਆਂ ਹੀ ਬਖਸ਼ਿਸ਼ਾਂ ਮਿਲ ਗਈਆਂ ਹੁਣ ਜੀ। ਹਾਂਜੀ, ਤੇ ਗਾਏ ਕਰਤ ਉਤਸ਼ਾਹੇ, ਕਹਿੰਦੇ ਆ ਸ਼ਰੀਕੇ ਚਾਰੀ ਨੇ ਖੁਸ਼ੀ ਦੇ ਗੀਤ ਵੀ ਗਾਏ ਜੀ। ਲੋਕਾਂ ਨੇ ਖੁਸ਼ੀ ਦੇ ਗੀਤ ਵੀ ਗਾਏ। ਚੌਪਈ। ਸਭ ਗਿਆਤੀ ਮਿਲ ਕੇ ਤਬ ਆਏ। ਸਾਰੇ ਰਿਸ਼ਤੇਦਾਰ, ਕੋਈ ਕਿਤੇ ਰਹਿੰਦਾ ਹੈ, ਕੋਈ ਕਿਤੇ ਰਹਿੰਦਾ ਹੈ, ਸਾਰੇ ਇਕੱਠੇ ਹੋ ਕੇ ਬਾਬਾ ਆਦਮ ਜੀ ਦੇ ਘਰ ਵਿੱਚ ਆਏ ਜੀ। ਹਾਂਜੀ, ਭਾਂਤ ਭਾਂਤ ਕੇ ਭਨਤ ਬਧਾਏ। ਤੇ ਆ ਕੇ ਕੀ ਕਰਦੇ ਜੀ? ਵਧਾਈ ਹੋਵੇ, ਵਧਾਈ ਹੋਵੇ, ਤੁਹਾਡੇ ਘਰ ਵੀ ਪੁੱਤਰ ਚੱਲ ਪਿਆ, ਹੋ ਗਿਆ, ਤੁਹਾਡੀ ਵੀ ਪੀੜ੍ਹੀ ਚੱਲ ਪਈ, ਤੁਹਾਨੂੰ ਵਧਾਈ ਹੋਵੇ। ਹਾਂਜੀ, ਘਰ ਮੈਂ ਹੈ ਅੰਨ ਸਰ ਇੱਕ ਨਾਹੀ। ਵੇਖੋ ਕੁਦਰਤੀ ਖੇਡ। ਜਿਸ ਦਿਨ ਭਾਈ ਭਗਤੂ ਜੀ ਦਾ ਜਨਮ ਹੋਇਆ ਨਾ, ਉਸ ਦਿਨ ਘਰ ਵਿੱਚ ਅੰਨ ਦਾ ਦਾਣਾ ਵੀ ਨਹੀਂ ਸੀਗਾ ਜੀ। ਇੱਕ ਵੀ ਦਾਣਾ ਨਹੀਂ ਸੀ ਘਰ ਵਿੱਚ ਅੰਨ ਦਾ। ਹਾਂਜੀ, ਕ੍ਰਿਤ ਕਹਾਂ ਹੋਵਨ ਤਿੰਨ ਪਾਹੀ। ਤੇ ਘਿਓ ਕਿੱਥੋਂ ਹੋਣਾ ਸੀਗਾ ਜੀ? ਹਾਂਜੀ, ਜੇ ਅੰਨ ਹੀ ਨਹੀਂ ਹੈਗਾ ਤੇ ਘਿਓ ਕਿੱਥੋਂ ਹੋਣਾ ਜੀ? ਭਾਵ ਵੀ ਕੋਈ ਵਸਤੂ ਬਣਾਉਂਦੇ, ਕਿਸੇ ਨੂੰ ਕੁਝ ਛਕਾਉਂਦੇ, ਅੰਨ, ਘਿਓ, ਆਟਾ, ਦੁੱਧ ਕੁਝ ਵੀ ਨਹੀਂ ਸੀਗਾ ਘਰ ਵਿੱਚ ਜੀ। ਹਾਂਜੀ, ਸਭ ਗਿਆਤੀ ਲਖ ਕਹਿ ਤਿਸ ਹਾਲੇ। ਪਰ ਸਾਰੇ ਲੋਕ ਬੜੇ ਖੁਸ਼ ਸਨ ਜੀ। ਲੋਕ ਬੜੇ ਖੁਸ਼ ਸਨ। ਕਈ ਨਾ ਰੂਹਾਂ ਹੀ ਇੰਨੀਆਂ ਭਾਗਾਂ ਵਾਲੀਆਂ ਆਉਂਦੀਆਂ ਨੇ, ਉਹਨਾਂ ਦੇ ਆਉਣ ਨਾਲ ਸਾਰੇ ਖੁਸ਼ ਹੀ ਹੋ ਜਾਂਦੇ ਨੇ। ਰੂਹਾਂ ਹੀ ਇੰਨੀਆਂ ਭਾਗਾਂ ਵਾਲੀਆਂ ਆਉਂਦੀਆਂ। ਹੁਣੇ ਗੁਰੂ ਰਾਮਦਾਸ ਜੀ ਨੇ ਸਪੈਸ਼ਲ ਜੀਵ ਭੇਜਿਆ ਨਾ, ਸਪੈਸ਼ਲ ਰੂਹ ਭੇਜੀ ਹੈ। ਕਹਿੰਦੇ ਸਾਰੇ ਰਿਸ਼ਤੇਦਾਰਾਂ ਨੇ ਜਦੋਂ ਉਹਨਾਂ ਦਾ ਵੇਖਿਆ ਨਾ ਵੀ ਘਰ ਵਿੱਚ ਅੰਨ ਦਾ ਦਾਣਾ ਵੀ ਨਹੀਂ ਹੈਗਾ, ਜਿਸ ਕੇ ਨਹੀਂ ਮੋਲ ਕਿਛ ਪਾਲੇ। ਤੇ ਅੰਨ ਦਾ ਦਾਣਾ ਨਹੀਂ ਹੈ, ਘਰ ਵਿੱਚ ਕੋਈ ਧਨ ਨਹੀਂ ਹੈ। ਹਾਂਜੀ, ਨਿਜ ਨਿਜ ਘਰ ਤੇ ਕਰ ਉਗਰਾਹੀ। ਤੇ ਪਿੰਡ ਵਾਲਿਆਂ ਨੇ, ਰਿਸ਼ਤੇਦਾਰਾਂ ਨੇ, ਸਾਰਿਆਂ ਨੇ ਕੋਲੋਂ ਪੈਸੇ ਪਾਏ ਜੀ, ਗਰਾਈ ਕੀਤੀ ਜੀ। ਹਾਂਜੀ, ਕ੍ਰਿਤ ਅਨਾਜ ਆਨ ਤੇ ਪਾਹੀ। ਤੇ ਫਿਰ ਖੰਡ, ਘਿਓ, ਆਟਾ ਸਾਰਾ ਕੁਝ ਲਿਆ ਕੇ ਬਾਬਾ ਆਦਮ ਜੀ ਦਾ ਘਰ ਭਰ ਦਿੱਤਾ ਜੀ। ਹੁਣ ਤੁਸੀਂ ਵੇਖੋ, ਜਿਹੜੀ ਰੂਹ ਨੇ ਆਉਂਦਿਆਂ ਹੀ ਘਰ ਭਰਾ ਦਿੱਤਾ ਹੋਵੇ ਜੀ, ਤੇ ਉਹ ਰੂਹ ਕਿੱਡੇ ਭਾਗਾਂ ਵਾਲੀ ਹੋਏਗੀ ਜੀ। ਹਾਂਜੀ, ਬਹੁਤ ਦਿਨ ਖਾਏ ਅਧਿਕ ਹੀ ਆਇਓ। ਬਹੁਤ ਦਿਨਾਂ ਤੱਕ ਜਿਹੜਾ ਛਕਿਆ ਜਾਵੇ, ਇੰਨਾ ਖੰਡ ਘਿਓ ਆਟਾ ਆ ਗਿਆ ਜੀ। ਹਾਂਜੀ, ਬਾਲਕ ਜਨਮ ਸਭਨ ਮਨ ਭਾਇਓ। ਕਹਿੰਦੇ ਆ ਭਾਈ ਭਗਤੂ ਜੀ ਦਾ ਰੂਪ ਰੰਗ ਵੀ ਬੜਾ ਸੋਹਣਾ ਹੈ ਜੀ। ਰੂਪ ਰੰਗ ਬਹੁਤ ਸੋਹਣਾ ਹੈ, ਇਸ ਕਰਕੇ ਭਾਈ ਭਗਤੂ ਜੀ ਸਾਰਿਆਂ ਨੂੰ ਬੜੇ ਚੰਗੇ ਲੱਗਣ ਦੇ ਨੇ ਜੀ। ਬਾਲਕ ਨੂੰ ਜਿਹੜਾ ਵੇਖਦਾ ਉਹ ਖੁਸ਼ੀ ਹੋ ਜਾਂਦਾ ਹੈ, ਖੁਸ਼ੀ ਹੋ ਜਾਂਦਾ ਹੈ। ਹਾਂਜੀ, ਮਾਤ ਪਿਤਾ ਅਧਿਕ ਹੁਲਸਾਏ। ਮਾਤਾ ਪਿਤਾ ਜਿੰਨੇ ਖੁਸ਼ ਨੇ, ਭਾਈ ਭਗਤੂ ਜੀ ਦੇ, ਬਾਬਾ ਆਦਮ ਜੀ ਤੇ ਭਾਈ ਭਗਤੂ ਜੀ ਦੀ ਮਾਤਾ, ਕਹਿੰਦੇ ਉਹਨਾਂ ਦਾ ਤੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂਜੀ, ਜਨਮਤ ਸਾਥ ਪਦਾਰਥ ਆਏ। ਕਹਿਣ ਲੱਗੇ ਇਹ ਸਾਡਾ ਬੱਚਾ ਬੜੇ ਭਾਗਾਂ ਵਾਲਾ ਹੈ,
ਜਿਵੇਂ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਉਹ ਗੱਲ ਠੀਕ ਹੈ, ਜੰਮਦਾ ਹੀ ਬਰਕਤਾਂ ਲੈ ਕੇ ਆਇਆ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਪਤਾ ਕੀ ਗੱਲ ਜੀ, ਗੁਰੂ ਹਰ ਰਾਏ ਸਾਹਿਬ ਜੀ ਨੇ ਲੰਗਰ ਦਾ ਮੁਖੀ ਬਣਾ ਕੇ ਰੱਖਿਆ ਸੀ ਭਾਈ ਭਗਤੂ ਜੀ ਨੂੰ ਜੀ। ਬਰਕਤਾਂ ਵਾਲੇ ਸਨ ਨਾ ਜੀ। ਕਈ ਬੰਦਿਆਂ ਵਿੱਚ ਬਰਕਤਾਂ ਹੁੰਦੀਆਂ ਨੇ, ਉਹਨਾਂ ਦੇ ਚਰਨਾਂ 'ਚ ਇੰਨੀਆਂ ਬਰਕਤਾਂ ਹੁੰਦੀਆਂ ਨੇ, ਜਦੋਂ ਉਹ ਆ ਜਾਣ ਇੰਜ ਲੱਗਦਾ ਜਿਵੇਂ ਖੁਸ਼ੀਆਂ ਹੀ ਆ ਗਈਆਂ ਨੇ ਜੀ। ਜਦੋਂ ਉਹ ਆ ਜਾਣ ਇੰਜ ਲੱਗਦਾ ਜਿਵੇਂ ਰੌਣਕਾਂ ਹੀ ਆ ਗਈਆਂ ਨੇ ਜੀ। ਉਹਨਾਂ ਦੀ ਬਰਕਤ ਹੁੰਦੀ ਹੈ ਨਹੀਂ ਜੀ। ਗਿਆਤੀ ਅਖਿਲ ਮਿਲੇ ਇੱਕ ਥਾਏ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਜੀ। ਹਾਂਜੀ। ਹੋਤੋ ਬ੍ਰਿਧ ਇੱਕ ਬਾਕ ਅਲਾਏ। ਤੇ ਉਹਨਾਂ ਰਿਸ਼ਤੇਦਾਰਾਂ ਵਿੱਚ ਨਾ ਜੀ ਇੱਕ ਬਹੁਤ ਸਿਆਣੀ ਉਮਰ ਦਾ ਬਜ਼ੁਰਗ ਪੁਰਸ਼ ਸੀ। ਹਾਂਜੀ। ਸ਼ੁਭ ਲਕਸ਼ਣ ਬਾਲਕ ਜਨਮਿਓ। ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਬਾਬਾ ਆਦਮ ਜੀ ਨੂੰ ਦੱਸਿਆ, ਇਹ ਬਾਲਕ ਜਿਹੜਾ ਪੈਦਾ ਹੋਇਆ ਇਹਦੇ ਲੱਛਣ ਬੜੇ ਸ਼ੁਭ ਨੇ। ਕਈ ਵਾਰੀ ਸਾਧ ਸੰਗਤ ਜੀ ਕਹਿਣਾ ਨਹੀਂ ਚਾਹੀਦਾ, ਪਰ ਬਾਲਕ ਹੀ ਇਹੋ ਜਿਹੇ ਪੈਦਾ ਹੋ ਜਾਂਦੇ, ਕਲੇਸ਼ ਪੈ ਜਾਂਦਾ ਹੈ ਜੀ। ਪਿਛਲੀਆਂ ਰੂਹਾਂ ਦਾ ਚੱਕਰ ਹੈਗਾ ਨਾ ਜੀ। ਬਾਬਾ ਭਗਤੂ ਜੀ ਦੇ ਆਉਣ ਦੀ ਦੇਰ ਸੀ, ਖੁਸ਼ੀਆਂ ਹੀ ਖੁਸ਼ੀਆਂ ਵਰਤ ਗਈਆਂ ਜੀ। ਉਹ ਬਜ਼ੁਰਗ ਕਹਿਣ ਲੱਗਾ, ਇਹ ਬਾਲਕ ਆਮ ਨਹੀਂ ਹੈਗਾ, ਇਹਦੇ ਬੜੇ ਸ਼ੁਭ ਲੱਛਣ ਨੇ। ਹਾਂਜੀ। ਭਾਗਨ ਭੂਰ ਭਲੇ ਲਖ ਲਿਓ। ਹਾਂ, ਇਹ ਤੇ ਵੱਡੇ ਭਾਗਾਂ ਵਾਲਾ ਹੈ। ਅਸੀਂ ਵੇਖ ਲਿਆ। ਆਮ ਆਪਾਂ ਕਹਿੰਦੇ ਆ ਭਾਈ ਇਸ ਬੱਚੇ ਦੀ ਕਿਸਮਤ ਬੜੀ ਤੇਜ਼ ਹੈ, ਕਹਿੰਦੇ ਆ ਨਾ। ਬਸ ਹੁਣ ਜੀ ਉਹਨੇ ਆਖਿਆ ਇਹਦੇ ਤੇ ਭਾਗ ਹੀ ਬੜੇ ਵੱਡੇ ਹੈ। ਜਿਸ ਤੇ ਜਨਮਤ ਸਭ ਉਗਰਾਹੇ। ਕਹਿਣ ਲੱਗੇ ਇਹਨੇ ਤੇ ਜਨਮ ਲੈਂਦਿਆਂ ਸਾਰਿਆਂ ਕੋਲੋਂ ਗਰਾਈ ਲੈ ਲਈ ਹੈ। ਮਹਾਰਾਜ ਨੇ ਕਿਹਾ ਸੀ ਨਾ ਪੂਜਾ ਹੀ ਹੋਇਆ ਕਰੇਗੀ ਉਹਦੀ, ਤੇ ਕਹਿੰਦੇ ਜਨਮ ਲੈਂਦਿਆਂ ਸਾਰੀ ਗਰਾਈ ਲੈ ਲਈ ਹੈ, ਸਾਰਿਆਂ ਕੋਲੋਂ ਆਪਣੀ ਭੇਟਾ ਲੈ ਲਈ, ਇਹਨੇ ਆਪੇ ਹੀ ਲੈ ਲਈ ਹੈ। ਮਨ ਹੋ ਭੇਟ ਆਨੀ ਇਸ ਪਾਏ। ਕਹਿਣ ਲੱਗੇ ਮਾਨੋ ਇਹਨੇ ਭੇਟਾ ਲੈ ਲਈ ਹੋਵੇ ਆਉਂਦੇ ਆਈ। ਹਾਂਜੀ, ਬਰਕਤਾਂ ਨੇ ਨਾ। ਚੇਤਾ ਰੱਖਿਓ, ਨਾਮ ਜਪਣ ਵਾਲੇ ਰੱਬ ਦੇ ਪਿਆਰੇ ਕਿਤੇ ਵੀ ਬੈਠੇ ਹੋਣ, ਮਾਇਆ ਬਰਕਤਾਂ ਪਦਾਰਥ ਉਹਨਾਂ ਕੋਲ ਆਪੇ ਹੀ ਚੱਲ ਕੇ ਆਈ ਜਾਂਦੇ ਜੀ। ਉਹਨਾਂ ਨੂੰ ਯਤਨ ਨਹੀਂ ਕਰਨਾ ਪੈਂਦਾ ਜੀ, ਆਪੇ ਹੀ ਚੱਲ ਕੇ ਆਉਂਦੇ। ਉਹ ਕੀ ਹੈ, ਜਾਂ ਇਸ ਜਨਮਾਂ 'ਚ ਨਾਮ ਜਪਿਆ, ਜਾਂ ਪਿਛਲੇ ਜਨਮਾਂ 'ਚ ਜਪਿਆ ਜੀ, ਤਾਂ ਬਰਕਤਾਂ ਆ ਰਹੀਆਂ, ਰਹਿਮਤਾਂ ਆ ਰਹੀਆਂ, ਬਖਸ਼ਿਸ਼ਾਂ ਆ ਰਹੀਆਂ ਜੀ। ਹਾਂਜੀ। ਇਸ ਕੋ ਬੰਸ ਜੋ ਹੋ ਹੈ ਅਗਾਰੇ। ਉਹ ਬਜ਼ੁਰਗ ਕਹਿਣ ਲੱਗਾ ਸਾਰੇ ਰਿਸ਼ਤੇਦਾਰਾਂ ਨੂੰ, ਕਹਿਣ ਲੱਗਾ ਮੈਨੂੰ ਤੇ ਇਉਂ ਲੱਗਦਾ, ਬਜ਼ੁਰਗ ਬੰਦਗੀ ਵਾਲਾ ਸੀ, ਕਿ ਇਹਦੀ ਜਿਹੜੀ ਵੰਸ਼ ਹੋਣੀ ਹੈ ਨਾ ਅੱਗੇ, ਹਾਂਜੀ, ਕਰ ਹੈ ਉੱਪਰ ਹੁਕਮ ਹਮਾਰੇ। ਵੀ ਇਹਦੀ ਵੰਸ਼ ਦਾ ਹੀ ਹੁਕਮ ਚੱਲਿਆ ਕਰਨਾ ਸਾਡੇ ਉੱਤੇ, ਸਾਡੇ ਸਾਰੇ ਰਿਸ਼ਤੇਦਾਰਾਂ ਉੱਤੇ। ਕਿਉਂ? ਬਾਲਕ ਦਾ ਤੇਜ ਪ੍ਰਤਾਪ ਬਹੁਤ ਹੈ, ਬੜਾ ਤੇਜ ਪ੍ਰਤਾਪ ਹੈ। ਹੋਤੋ ਸੁਜਾਨ ਸੋ ਜਾਣਿਓ ਤਬੈ। ਤੇ ਉਹ ਚਤੁਰ ਵਿਅਕਤੀ ਸੀ, ਉਹਨੇ ਜਾਣ ਲਈ ਸਾਰੀ ਗੱਲ ਜੀ, ਸਿਆਣਾ ਬੰਦਾ ਸੀਗਾ ਜੀ। ਹਾਂਜੀ। ਭਗਤੂ ਨਾਮ ਕਹਿਤ ਭੇਸ ਸਬੈ। ਉਹ ਬਾਬਾ ਆਦਮ ਜੀ ਨੂੰ ਕਹਿਣ ਲੱਗਾ ਵੀ ਪੁੱਤਰ ਦਾ ਨਾਮ ਕੀ ਰੱਖਣਾ ਹੈ? ਤੇ ਬਾਬਾ ਆਦਮ ਜੀ ਨੇ ਕਿਹਾ, ਜਦੋਂ ਇਹਦਾ ਜਨਮ ਵੀ ਨਹੀਂ ਸੀ ਹੋਇਆ ਹੈ, ਇਹਦੇ ਜਨਮ ਹੋਣ ਤੋਂ ਪਹਿਲਾਂ ਹੀ ਜਦੋਂ ਇਹਦੇ ਬਾਰੇ ਗੁਰੂ ਰਾਮਦਾਸ ਜੀ ਨੇ ਸਾਨੂੰ ਬਚਨ ਕੀਤਾ ਸੀ ਨਾ, ਗੁਰੂ ਰਾਮਦਾਸ ਜੀ ਨੇ ਇਸ ਪੁੱਤਰ ਦਾ ਨਾਮ ਉਦੋਂ ਹੀ ਰੱਖ ਦਿੱਤਾ ਸੀ ਜੀ। ਕੀ ਰੱਖਿਆ ਸੀ? ਕਹਿਣ ਲੱਗੇ ਜੀ ਮਹਾਰਾਜ ਨੇ ਇਹਦਾ ਨਾਮ ਭਗਤੂ ਰੱਖਿਆ ਸੀਗਾ ਜੀ। ਸੋ ਹੱਥ ਜੋੜੋ ਸਾਰੇ, ਪਿਆਰ ਨਾਲ ਕਹੋ, ਧੰਨ ਧੰਨ ਭਾਈ ਭਗਤੂ ਜੀ, ਧੰਨ ਧੰਨ ਭਾਈ ਭਗਤੂ ਜੀ, ਧੰਨ ਧੰਨ ਭਾਈ ਭਗਤੂ ਜੀ, ਧੰਨ ਧੰਨ ਭਾਈ ਭਗਤੂ ਜੀ। ਹਾਂਜੀ। ਕੁਸ਼ਕ ਬਡੇਰੀ ਬੈਸ ਭਈ ਜਬ। ਭਾਈ ਭਗਤੂ ਜੀ ਕੁਝ ਉਮਰ ਦੇ ਹੋਏ, ਵੱਡੀ ਉਮਰ ਦੇ ਹੋਏ ਥੋੜੀ ਦੇ ਜੀ, ਸਮੇਂ ਨਾਲ ਉਮਰ ਵੱਡੀ ਹੋਈ ਦੀ ਉਹਨਾਂ ਦੀ, ਸਰੀਰ ਵੀ ਵੱਡਾ ਹੋ ਗਿਆ। ਆਦਮ ਪਿਤ ਪਰਲੋਕ ਭਇਓ ਤਬ। ਤੇ ਸਾਧ ਸੰਗਤ ਜੀ ਬਾਬਾ ਆਦਮ ਜੀ ਸਰੀਰ ਤਿਆਗ ਗਏ ਜੀ। ਉਹ ਤਾਂ ਪਹਿਲਾਂ ਹੀ ਬਜ਼ੁਰਗ ਸਨ ਜੀ, ਉਹਨਾਂ ਦੀ ਉਮਰ ਪੂਰੀ ਹੋ ਗਈ, ਉਹ ਸਰੀਰ ਤਿਆਗ ਗਏ ਜੀ। ਘਰ 'ਚ ਕੌਣ ਰਹਿ ਗਿਆ ਜੀ?
ਭਾਈ ਭਗਤੂ ਜੀ ਤੇ ਭਾਈ ਭਗਤੂ ਜੀ ਦੀ ਮਾਤਾ। ਹਾਂਜੀ, ਕਰਾਮਾਤ ਕੋ ਪੁੰਜ ਵਿਸਾਲਾ। ਕਹਿੰਦੇ ਹੈ ਭਾਈ ਭਗਤੂ ਜੀ ਕਰਾਮਾਤਾਂ ਦੇ ਪੁੰਜ ਸਨ, ਘਰ ਸਨ। ਉਹਨਾਂ ਵਿੱਚ ਬੜੀਆਂ ਹੀ ਕਰਾਮਾਤਾਂ ਸਨ ਜੀ। ਕਿਉਂ? ਮਹਾਰਾਜ ਦਾ ਬਚਨ ਸੀ ਨਾ ਵੀ ਮੇਰੀ ਭਗਤੀ ਦੀ ਅੰਸ਼ ਚੋਂ ਜਨਮ ਹੋਏਗਾ। ਬੜੀਆਂ ਕਰਾਮਾਤਾਂ ਸਨ, ਬੜੀਆਂ ਬਖਸ਼ਿਸ਼ਾਂ ਸਨ ਭਾਈ ਭਗਤੂ ਜੀ ਦੇ ਵਿੱਚ ਜੀ। ਜ਼ਾਹਰ ਕਰੀ ਨਹੀਂ ਕਿਸ ਕਾਲਾ। ਗੱਜ ਕੇ ਆਖੋ ਵਾਹਿਗੁਰੂ। ਪਰ ਭਾਈ ਭਗਤੂ ਜੀ ਇੰਨੇ ਸਿਆਣੇ ਸਨ, ਭਾਈ ਭਗਤੂ ਜੀ ਨੇ ਆਪਣੀ ਕਰਾਮਾਤ ਕਦੀ ਵਿਖਾਈ ਨਹੀਂ ਸੀਗੀ ਜੀ। ਜ਼ਾਹਰ ਨਹੀਂ ਸੀ ਕੀਤੀ ਵੀ ਮੈਂ ਵੀ ਕਰਾਮਾਤੀ ਹਾਂ, ਮੈਂ ਵੀ ਬੜੀਆਂ ਬਖਸ਼ਿਸ਼ਾਂ ਵਾਲਾ ਹਾਂ। ਕਿਉਂਕਿ ਫਿਰ ਸਾਧ ਸੰਗਤ ਜੀ ਦੁਨੀਆ ਖਹਿੜਾ ਨਹੀਂ ਛੱਡਦੀ ਜੀ ਬੰਦੇ ਦਾ ਜੀ। ਹਾਂਜੀ, ਅੰਤਰ ਮਹਾ ਨਿਰੰਤਰ ਗੋਈ। ਇੰਨੀਆਂ ਬਖਸ਼ਿਸ਼ਾਂ ਸਨ ਭਾਈ ਭਗਤੂ ਜੀ ਦੇ ਵਿੱਚ, ਪਰ ਧੰਨ ਭਾਈ ਭਗਤੂ ਜੀ ਨੇ ਸਭ ਕੁਝ ਆਪਣੇ ਅੰਦਰ ਹੀ ਛੁਪਾ ਕੇ ਰੱਖਿਆ ਜੀ। ਬਾਹਰ ਪ੍ਰਗਟ ਨਹੀਂ ਕੀਤਾ ਕੁਝ ਵੀ ਜੀ। ਹਾਂਜੀ, ਲਖ ਨਹਿ ਸਕਹਿ ਸਮੀਪੀ ਕੋਈ। ਕਹਿੰਦੇ ਐ ਭਾਈ ਭਗਤੂ ਜੀ ਇੰਨੇ ਜ਼ਿਆਦਾ ਗੁੱਝੇ ਰਹੇ ਜੀ। ਉਹਨਾਂ ਨੇ ਇਸ ਤਰੀਕੇ ਨਾਲ ਆਪਣੇ ਆਪ ਨੂੰ ਲੁਕਾ ਕੇ ਰੱਖਿਆ। ਭਾਈ ਭਗਤੂ ਦੇ ਬਹੁਤ ਲਾਗੇ ਰਹਿਣ ਵਾਲੇ ਬੰਦੇ ਵੀ ਨਹੀਂ ਸੀ ਜਾਣਦੇ ਹੁੰਦੇ ਵੀ ਇਹ ਕਰਾਮਾਤੀ ਨੇ ਜੀ। ਇਹਨਾਂ ਕੋਲ ਬਖਸ਼ਿਸ਼ਾਂ ਨੇ, ਇਹਨਾਂ ਕੋਲ ਰਹਿਮਤਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਇਹ ਗੁਰਮੁਖਾਂ ਦਾ ਲੱਛਣ ਹੈ, ਗੁਰਮੁਖਾਂ ਦਾ। ਮੈਂ ਬੇਨਤੀ ਕਰਾਂ, ਅੱਜ ਬੰਦੇ ਕੋਲ ਕੁਝ ਵੀ ਨਾ ਹੋਵੇ, ਬੰਦਾ ਇਉਂ ਕਰਦਾ ਵੀ ਮੈਂ ਹੀ ਬ੍ਰਹਮ ਗਿਆਨੀ ਬਣ ਗਿਆ ਤੇ ਮੈਂ ਹੀ ਆ ਸਭ ਕੁਝ, ਮੇਰੇ ਤੋਂ ਵੱਡਾ ਗਿਆਨੀ ਸੰਤ ਮਹਾਤਮਾ ਸਾਧੂ ਕੋਈ ਨਹੀਂ ਹੈਗਾ। ਪਰ ਵੇਖ ਲੋ ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਬੜੀਆਂ ਬਖਸ਼ਿਸ਼ਾਂ। ਪਿਆਰ ਨਾਲ ਆਖੋ ਵਾਹਿਗੁਰੂ ਵਾਹਿਗੁਰੂ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਅੱਤ ਦੇ ਨੇੜੇ ਰਹਿੰਦੇ ਸਨ ਨਾ ਜਿਹੜੇ ਬੰਦੇ, ਉਹਨਾਂ ਨੂੰ ਵੀ ਨਹੀਂ ਭਾਈ ਭਗਤੂ ਜੀ ਨੇ ਪਤਾ ਲੱਗਣ ਦਿੱਤਾ ਜੀ। ਹਾਂਜੀ, ਮਹਾਰਾਜ ਬ੍ਰਹਮ ਗਿਆਨੀਆਂ ਦਾ ਗੁਣ ਦੱਸਦੇ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮ ਹੈ ਕਮਲ ਅਲੇਪ। ਹਾਂਜੀ, ਏਕ ਸਮੈ ਜਨਨੀ ਲੈ ਸਾਥ। ਇੱਕ ਦਿਨ ਹੀ ਬਸ ਫਿਰ ਭਾਈ ਭਗਤੂ ਜੀ ਦੀ ਮਾਤਾ ਨੇ ਭਾਈ ਭਗਤੂ ਜੀ ਦੀ ਕਰਾਮਾਤ ਵੇਖੀ ਜੀ। ਉਹ ਕਿਵੇਂ? ਭਾਈ ਭਗਤੂ ਜੀ ਨੂੰ ਦੀ ਮਾਂ ਨੇ ਕਿਹਾ, ਪੁੱਤਰ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਨਾਲ ਤੇਰਾ ਜਨਮ ਹੋਇਆ। ਹੁਣ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬੈਠੇ ਨੇ ਤੇ ਮੇਰੇ ਤੇ ਕਿਰਪਾ ਕਰਤੇ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾ ਲਿਆ। ਮਾਲਵੇ ਦੇ ਵਿੱਚੋਂ ਭਾਈ ਭਗਤੂ ਜੀ ਆਪਣੀ ਮਾਤਾ ਦੇ ਨਾਲ ਆਏ ਤੇ ਉਹਨਾਂ ਸਮਿਆਂ ਵਿੱਚ ਤੁਰ ਕੇ ਹੀ ਆਉਂਦੀਆਂ ਸਨ ਸੰਗਤਾਂ ਜੀ। ਹਾਂਜੀ, ਮਾਲਵਾ, ਬਠਿੰਡਾ, ਮੁਕਤਸਰ, ਇਹ ਸਾਰਾ ਇਲਾਕਾ ਮਾਲਵੇ ਦਾ ਹੈ। ਉਹਨਾਂ ਦਿਨਾਂ ਵਿੱਚ ਸੰਗਤ ਜੀ ਸੰਗਤਾਂ ਤੁਰ ਕੇ ਹੀ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਸਨ ਜੀ। ਸੋ ਇੱਕ ਦਿਨ ਆਪਣੀ ਮਾਤਾ ਨੂੰ ਨਾਲ ਲੈ ਕੇ ਆਇਵ ਗੁਰ ਪਗ ਟੇਕਨ ਮਾਥ। ਭਾਈ ਭਗਤੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣ ਵਾਸਤੇ ਆਏ ਜੀ। ਹਾਂਜੀ, ਮਿਲ ਦਰਸ਼ਨ ਪਰਸਿਓ ਸੁਖਦਾਨੀ। ਬਜ਼ੁਰਗ ਮਾਤਾ ਨਾਲ ਹੈ ਤੇ ਮਾਤਾ ਨੇ ਆਪਣੇ ਪੁੱਤਰ ਦੇ ਨਾਲ ਮਿਲ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤੇ ਬੜਾ ਸੁਖ ਪ੍ਰਾਪਤ ਕੀਤਾ। ਸੇਵਕ ਸਦਾ ਕਰਮ ਮਨ ਬਾਨੀ। ਸੇਵਕ ਸਦਾ ਕਰਮ ਮਨ ਮਾਨੀ। ਕਹਿੰਦੇ ਆ ਭਾਈ ਭਗਤੂ ਜੀ ਗੁਰੂ ਘਰ ਦੇ ਸੇਵਕ ਸਨ ਤੇ ਮਨੋ ਸੇਵਕ ਸਨ ਜੀ। ਆਪਣੀ ਨਹੀਂ ਵਡਿਆਈ ਕਦੀ ਜ਼ਾਹਰ ਹੋਣ ਦਿੱਤੀ, ਗੁਰੂ ਜੀ ਦੀ ਵਡਿਆਈ ਸਦਾ ਮੁੱਖ ਰੱਖੀ ਜੀ। ਸ਼੍ਰੀ ਸਤਿਗੁਰ ਅਰਜਨ ਤਿਸ ਕਾਲ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਵੀ ਇਹਨਾਂ ਦਾ ਜਿਹੜਾ ਜਨਮ ਹੈ ਉਹ ਸਾਡੇ ਪਿਤਾ ਜੀ ਦੇ ਬਚਨਾਂ ਨਾਲ ਹੋਇਆ ਤੇ ਇਹਨਾਂ ਵਿੱਚ ਵੀ ਬੜੀਆਂ ਬਖਸ਼ਿਸ਼ਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਭਾਈ ਭਗਤੂ ਜੀ ਨੂੰ ਦੇਖਿਆ, ਪੇਖ ਭਗਤੂ ਪਰ ਖੁਸ਼ੀ ਵਿਸਾਲ। ਮਹਾਰਾਜ ਨੇ ਭਾਈ ਭਗਤੂ ਜੀ ਤੇ ਬੜੀਆਂ ਹੀ ਖੁਸ਼ੀਆਂ ਕੀਤੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਚੇਤਾ ਰੱਖਿਓ
ਤੁਹਾਡੇ ਵਿੱਚ ਜਿੰਨੀਆਂ ਮਰਜ਼ੀ ਕਰਾਮਾਤਾਂ ਆ ਜਾਣ, ਬਖਸ਼ਿਸ਼ਾਂ ਆ ਜਾਣ, ਜਿੰਨੇ ਮਰਜ਼ੀ ਵੱਡੇ ਬਣ ਜਿਓ, ਆਪਣੇ ਗੁਰੂ ਦੇ ਚਰਨਾਂ ਤੋਂ ਨਾ ਟੁੱਟਿਓ ਜੀ। ਭਾਈ ਭਗਤੂ ਜੀ ਖੁਦ ਬਖਸ਼ਿਸ਼ਾਂ ਵਾਲੇ ਨੇ, ਕਰਾਮਾਤਾਂ ਵਾਲੇ ਨੇ, ਰਹਿਮਤਾਂ ਵਾਲੇ ਨੇ, ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਨੇ। ਜਿਹੜਾ ਜ਼ਮੀਨ ਨਾਲ ਜੁੜਿਆ ਰਹੇ ਨਾ ਜੀ, ਉਹਨੂੰ ਕੋਈ ਖਤਰਾ ਨਹੀਂ ਹੈਗਾ ਜੀ। ਮਹਾਰਾਜ ਨੇ ਬੜੀਆਂ ਹੀ ਖੁਸ਼ੀਆਂ ਕੀਤੀਆਂ ਜੀ, ਬਹੁਤ ਖੁਸ਼ੀਆਂ ਕੀਤੀਆਂ। ਬਸ ਇਹਦਾ ਚੇਤਾ ਰੱਖਿਓ, ਭਰਿਆ ਹੋਇਆ ਵੀ ਜਦੋਂ ਆਏਗਾ ਨਾ ਇੱਥੇ, ਉਹ ਗੁਰੂ ਸਾਹਿਬ ਦੇ ਚਰਨਾਂ 'ਚ ਝੁਕੇਗਾ, ਭਰਿਆ ਹੋਇਆ ਵੀ ਕੁਝ ਲੈ ਕੇ ਹੀ ਜਾਏਗਾ ਜੀ। ਤੇ ਖਾਲੀ ਜਿਹੜਾ ਆਏਗਾ ਉਹਨੂੰ ਤੇ ਗੁਰੂ ਨੇ ਭਰਨਾ ਹੀ ਹੈ ਨਾ। ਭਰਿਆ ਹੋਇਆ ਆਏਗਾ, ਉਹ ਵੀ ਬਖਸ਼ਿਸ਼ਾਂ ਲੈ ਕੇ ਜਾਏਗਾ। ਕੇਤਿਕ ਦਿਵਸ ਰਹਿਤ ਭਾ ਪਾਸ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਈ ਦਿਨ ਭਾਈ ਭਗਤੂ ਜੀ ਨੂੰ ਕੋਲ ਰੱਖਿਆ ਸੀ ਆਪਣੇ ਜੀ। ਭਾਈ ਭਗਤੂ ਜੀ ਜਾਣਾ ਨਹੀਂ, ਚੰਗੇ ਬੰਦੇ ਨੂੰ ਆਪਣੇ ਲਾਗੋਂ ਭੇਜਣ ਦਾ ਜੀ ਨਹੀਂ ਕਰਦਾ ਜੀ। ਚੰਗੇ ਬੰਦੇ ਨੂੰ ਮਹਾਰਾਜ ਕਹਿੰਦੇ ਨਾ, ਇੱਥੇ ਸਾਡੇ ਕੋਲ ਹੀ ਰਹੋ। ਹਾਂਜੀ, ਸਿਮਰਹਿ ਸਤਨਾਮ ਸੁਖ ਰਾਸ। ਭਾਈ ਭਗਤੂ ਜੀ ਕਈ ਦਿਨ ਰਹੇ ਤੇ ਸੰਗਤਾਂ ਦੇ ਵਿੱਚ ਮਿਲ ਕੇ ਸੇਵਾ ਕਰਦੇ, ਸਿਮਰਨ ਕਰਦੇ ਆ। ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਮੇਰੇ ਵਿੱਚ ਵੀ ਕਰਾਮਾਤਾਂ ਹੈਗੀਆਂ ਨੇ ਜੀ। ਆਮ ਪੁਰਸ਼ਾਂ ਵਾਂਗੂ ਰਹੇ ਜੀ। ਹਾਂਜੀ, ਲੇਕਰ ਖੁਸ਼ੀ ਗੁਰੂ ਪਗ ਹੇਰ। ਫਿਰ ਆਗਿਆ ਲਈ ਮਹਾਰਾਜ ਕੋਲੋਂ ਜੀ। ਆਗਿਆ ਲੈਣ ਲੱਗਿਆ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਗੁਰੂ ਸਾਹਿਬ ਦੀ ਖੁਸ਼ੀ ਲਈ ਜੀ। ਆਵਨ ਲੱਗਿਓ ਆਪਣੇ ਘਰ ਫੇਰ। ਤੇ ਮਾਲਵੇ ਦੇ ਵਿੱਚ ਫਿਰ ਜਾਣਾ ਜੀ, ਆਪਣੇ ਘਰ ਜਾਣਾ ਜੀ। ਹਾਂਜੀ, ਗਮਨ ਹੈ ਮੰਦ ਮੰਦ ਮਗ ਮਾਹੀ। ਬਿਰਧਾ ਮਾਤ ਸਾਥ ਹੈ ਜਾਹੀ। ਹੁਣ ਭਾਈ ਭਗਤੂ ਜੀ ਦੇ ਮਾਤਾ ਜੀ ਬੜੇ ਬਜ਼ੁਰਗ ਨੇ, ਤੁਸੀਂ ਕੱਲ ਸੁਣਿਆ ਸੀ। ਤੇ ਮਾਤਾ ਜੀ ਨੇ ਤੁਰਨਾ ਹੌਲੀ ਹੌਲੀ, ਤੇ ਭਾਈ ਭਗਤੂ ਜੀ ਵੀ ਸਰਵਣ ਪੁੱਤਰ ਨੇ, ਆਪਣੀ ਮਾਤਾ ਦੇ ਨਾਲ ਹੌਲੀ ਹੌਲੀ ਤੁਰ ਰਹੇ ਨੇ ਜੀ, ਹੌਲੀ ਹੌਲੀ ਨਾਲ ਚੱਲ ਰਹੇ ਨੇ। ਹਾਂਜੀ, ਜੇਸ਼ਟ ਮਾਸ ਤਪਤ ਕੋ ਪਾਏ। ਜੇਠ ਦਾ ਮਹੀਨਾ ਸੀਗਾ ਤੇ ਗਰਮੀ ਬੜੀ ਸੀ, ਧੁੱਪ ਪੂਰੀ ਚੜ੍ਹਦੀ ਸੀ, ਤੇ ਸਾਰੀ ਸਾਰੀ ਦਿਹਾੜੀ ਤੁਰ ਕੇ ਸਫ਼ਰ ਕਰਨਾ ਤੇ ਫਿਰ ਆਪਣੇ ਘਰ ਪਹੁੰਚਣਾ ਸੀਗਾ ਜੀ। ਜੰਗਲ ਦੇਸ਼ ਦਿਸ਼ਾ ਕੋ ਜਾਏ। ਤੇ ਫਿਰ ਮਾਲਵੇ ਨੂੰ ਜਾਣਾ ਜੀ, ਜੰਗਲ ਦੇਸ਼ ਕਹਿੰਦੇ ਸਨ ਉਹਨੂੰ ਜੀ। ਹਾਂਜੀ, ਬਹੁਤ ਦਿਨ ਚੜਿਓ ਤ੍ਰਿਖਾ ਅਤ ਜਾਗੀ। ਹੋ ਦਿਨ ਬੜਾ ਲੱਗਾ ਸੀ ਉਸ ਦਿਨ ਜੀ, ਧੁੱਪ ਬੜੀ ਸੀਗੀ, ਤੇ ਮਾਤਾ ਨੂੰ ਬਜ਼ੁਰਗ ਹੋਣ ਕਰਕੇ ਪਿਆਸ ਜ਼ਿਆਦਾ ਲੱਗ ਗਈ ਜੀ। ਹਾਂਜੀ, ਸੁਤ ਸੋ ਮਾਤ ਕਹਿਨ ਤਬ ਲਾਗੀ। ਮਾਂ ਆਪਣੇ ਪੁੱਤਰ, ਆਗਿਆਕਾਰੀ ਪੁੱਤਰ ਭਾਈ ਭਗਤੂ ਜੀ ਨੂੰ ਕਹਿਣ ਲੱਗੀ, ਸੁਨ ਹੈ ਪੁੱਤਰ ਸ਼ਰਮਤ ਮੈਂ ਭਾਰੀ। ਪੁੱਤਰ ਮੈਂ ਥੱਕ ਬਹੁਤ ਗਈ ਆ, ਮੈਨੂੰ ਥਕਾਵਟ ਹੋ ਗਈ ਹੈ। ਅਬ ਨਹਿ ਗਮਨਿਓ ਜਾਏ ਅਗਾਰੀ। ਹੁਣ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ ਜੀ। ਸੁਖ ਵਾਹਿਗੁਰੂ ਸਾਧ ਸੰਗਤ ਜੀ ਸ਼ੁਕਰ ਕਰਿਆ ਕਰੋ, ਇੱਥੋਂ ਹਜੂਰ ਸਾਹਿਬ ਵੀ ਜਾਣਾ ਹੋਵੇ ਨਾ, ਹੁਣ ਕੋਈ ਤੰਗੀ ਨਹੀਂ ਹੈਗੀ ਜੀ। ਪਹਿਲਾਂ ਤੁਰ ਕੇ ਹੀ ਸੰਗਤਾਂ ਆਉਂਦੀਆਂ, ਗੁਰੂ ਜੀ ਦੇ ਦਰਸ਼ਨ ਕਰਦੀਆਂ, ਤਾਈਓ ਉਹਨਾਂ ਦੇ ਪੁੰਨ ਬੜੇ ਬਣ ਜਾਂਦੇ ਸੀ ਨਾ। ਗੁਰਦੁਆਰਾ ਸਾਹਿਬ ਆਉਣਾ, ਦਰਸ਼ਨ ਕਰਨੇ, ਤੁਹਾਨੂੰ ਜਿੰਨੀ ਖੇਚਲ ਹੋਏਗੀ ਓਨੇ ਪੁੰਨ ਬਣਨਗੇ ਤੁਹਾਡੇ। ਜਿੰਨੇ ਕਦਮ ਤੁਰ ਕੇ ਆਓਗੇ ਓਨਾ ਲਾਭ ਹੋਏਗਾ ਜੀ, ਜਿੰਨੀ ਦੂਰੋਂ ਆਓਗੇ ਓਨਾ ਜ਼ਿਆਦਾ ਲਾਭ ਹੋਏਗਾ ਜੀ। ਤੇ ਉਦੋਂ ਵੇਖੋ ਤੁਰ ਕੇ ਆਉਣਾ, ਰਸਤੇ 'ਚ ਨਦੀਆਂ, ਦਰਿਆ, ਨਾਲੇ ਵੀ ਆਉਣੇ, ਸਾਰੇ ਪਾਰ ਕਰਨੇ। ਮਾਂ ਨੇ ਕਿਹਾ ਪੁੱਤ ਮੇਰੇ ਕੋ ਤੁਰਿਆ ਨਹੀਂ ਜਾ ਰਿਹਾ। ਹਾਂਜੀ, ਵਿਆਕੁਲ ਕਰੀ ਤ੍ਰਿਖਾ ਨੇ ਮੋਹੀ। ਤੇ ਪਿਆਸ ਨੇ ਤੇ ਮੈਨੂੰ ਵਿਆਕੁਲ ਹੀ ਕਰ ਦਿੱਤਾ ਹੈ। ਬੁੱਲ ਸੁੱਕ ਰਹੇ ਨੇ, ਜੀਭ ਸੁੱਕ ਰਹੀ ਹੈ। ਜਲ ਵਿਹੀਨ ਵੱਡ ਸੰਕਟ ਹੋਹੀ। ਪਾਣੀ ਤੋਂ ਬਗੈਰ ਮੈਨੂੰ ਬੜਾ ਦੁੱਖ ਹੋ ਰਿਹਾ, ਕਸ਼ਟ ਹੋ ਰਿਹਾ। ਹਾਂਜੀ, ਸੁਨ ਭਗਤੂ ਨੇ ਬਾਕ ਬਖਾਨਾ। ਭਾਈ ਭਗਤੂ ਜੀ ਬੜੀ ਨਿਮਰਤਾ ਦੇ ਨਾਲ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ ਜੀ,
ਹੇ ਜਨਨੀ ਜਲ ਨਹਿ ਸਥਾਨਾ। ਮਾਂ ਜੀ ਇਸ ਜਗ੍ਹਾ ਤੇ ਪਾਣੀ ਨਹੀਂ ਹੈਗਾ, ਲਾਗੇ ਚਾਗੇ ਨਹੀਂ ਸੀ ਪ੍ਰਬੰਧ ਹੈਗਾ ਜੀ, ਰਸਤੇ ਵਿੱਚ ਸਨ। ਹਾਂਜੀ, 3 ਕੇ 4 ਕੋਸ ਹੈ ਗਾਉਂ। 3 ਜਾਂ 4 ਕੋਹ ਦੀ ਦੂਰੀ ਤੇ ਪਿੰਡ ਆਉਣਾ ਹੈ ਅੱਗੇ। ਹਾਂਜੀ, ਤਹਾਂ ਪਹੁੰਚ ਮੈਂ ਨੀਰ ਪਿਆਉ। ਉੱਥੇ ਪਹੁੰਚ ਜੀਏ, ਉੱਥੇ ਮੈਂ ਤੁਹਾਨੂੰ ਜਲ ਛਕਾ ਦਾਂਗਾ। ਹਾਂਜੀ, ਕਹਿਓ ਮਾਤ ਸਮਰੱਥ ਨਾ ਮੇਰੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਾਤਾ ਜੀ ਕਹਿਣ ਲੱਗੇ ਪੁੱਤਰ ਮੇਰੀ ਤੇ ਇੱਕ ਪੈਰ ਤੁਰਨ ਦੀ ਸਮਰੱਥਾ ਨਹੀਂ ਹੈਗੀ ਤੇ 3-4 ਕੋ ਕਿਵੇਂ ਜਾਵਾਂਗੀ। ਹਾਂਜੀ, ਅਰਧ ਕੋਸ ਭੀ ਚਲਬੇ ਕੇਰੀ। ਮੇਰੇ ਕੋ ਅੱਧਾ ਕੋ ਵੀ ਨਹੀਂ ਤੁਰਿਆ ਜਾਣਾ। ਸਰੀਰ ਬਜ਼ੁਰਗ ਹੋਵੇ, ਬਜ਼ੁਰਗੀ ਬਹੁਤ ਭਿਆਨਕ ਹੁੰਦੀ ਵਾਹਿਗੁਰੂ। ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ ਜੀ, ਬਜ਼ੁਰਗੀ ਬਹੁਤ ਭਿਆਨਕ ਹੈਗੀ ਜੀ। ਮਾਤਾ ਜੀ ਕਹਿਣ ਲੱਗੇ ਵੀ ਮੇਰੇ ਕੋਲੋਂ ਤੇ ਅੱਧਾ ਕੋ ਵੀ ਨਹੀਂ ਜਾਇਆ ਜਾਣਾ। ਮਿਲ ਹੈ ਤਾਂ ਜਲ ਬਚ ਹੈ ਅਬ ਪ੍ਰਾਨਾ। ਪੁੱਤਰ ਮੇਰੀ ਗੱਲ ਸੁਣ ਲੈ, ਜੇ ਪਾਣੀ ਨਾ ਮਿਲਿਆ ਤੇ ਮੈਂ ਮਰ ਜਾਣਾ। ਕਹਿਣ ਲੱਗੇ ਮੇਰਾ ਇਹ ਹਾਲ ਹੋ ਗਈ ਹੈ, ਪ੍ਰਾਣ ਮੇਰੇ ਨਿਕਲ ਜਾਣੇ। ਨਾਹੇ ਤਾਂ ਮ੍ਰਿਤਯੂ ਭਈ ਇਸ ਥਾਨਾ। ਤੇ ਮੇਰੀ ਇੱਥੇ ਹੀ ਮੌਤ ਹੋ ਜਾਣੀ ਹੋ ਪੁੱਤ, ਮੇਰਾ ਇੰਨਾ ਬੁਰਾ ਹਾਲ ਹੈ ਪਾਣੀ ਤੋਂ ਬਗੈਰ, ਮੈਂ ਮਰ ਜਾਣਾ ਹੀ। ਕਹਿਣ ਲੱਗੇ ਹਾਂਜੀ। ਸੁਨ ਭਗਤੂ ਨੇ ਕੀਨਸ ਤਰਾਸਾ। ਭਾਈ ਭਗਤੂ ਜੀ ਦੇ ਮਨ ਚ ਡਰ ਆਇਆ ਜੀ। ਅਜੇ ਉਮਰ ਉਦੋਂ ਛੋਟੀ ਸੀਗੀ ਤੇ ਮਨ ਚ ਸੋਚਦੇ ਆ ਪਿਤਾ ਮੇਰੇ ਕੋਲ ਨਹੀਂ ਹੈ ਤੇ ਮਾਂ ਦੀ ਵੀ ਮੌਤ ਹੋ ਜਾਏਗੀ ਪਾਣੀ ਤੋਂ ਬਗੈਰ ਹੀ। ਹੋਏ ਨਾ ਜਾਏ ਮਾਤ ਕੋ ਨਾਸਾ। ਕਿਤੇ ਇੱਥੇ ਮਾਂ ਖਤਮ ਨਾ ਹੋ ਜਾਏ ਤਾਂ ਮੈਂ ਪਾਣੀ ਨਾ ਪਿਆਇਆ ਤੇ ਦੋਸ਼ ਤੇ ਕਿਹਨੂੰ ਆਉਣਾ? ਮੈਨੂੰ ਹੀ ਆਉਣਾ ਹੈ ਨਾ। ਹਾਂਜੀ, ਕਹਿਓ ਤਬ ਹੈ ਬੈਠੋ ਤਰ ਤਰੀ। ਤੇ ਭਾਈ ਭਗਤੂ ਜੀ ਦੀ ਹੁਣ ਸਮਰੱਥਾ ਵੇਖਿਓ। ਕਹਿੰਦੇ ਮਾਂ ਜੀ ਆ ਇਸ ਰੁੱਖ ਦੇ ਹੇਠਾਂ ਬੈਠ ਜਾਓ। ਮੈਂ ਅਬ ਜਾਉ ਉਤਾਇਲ ਕਰੇ। ਮੈਂ ਬਹੁਤ ਛੇਤੀ ਛੇਤੀ ਜਾਣਾ ਹੈ, ਬੜੀ ਕਾਲੀ ਕਾਲੀ ਜਾਵਾਂਗਾ ਪਿੰਡ ਵਿੱਚ। ਗ੍ਰਾਮ ਬਿਖੇਤੇ ਅਨਵ ਨੀਰ। ਤੇ ਤੁਹਾਡੇ ਵਾਸਤੇ ਪਾਣੀ ਲੈ ਕੇ ਜਾਵਾਂਗਾ, ਭੱਜਾ ਹੀ ਜਾਵਾਂਗਾ ਤੇ ਭੱਜਾ ਹੀ ਆਵਾਂਗਾ। ਤਾਵਤ ਟਿਕੋ ਧਾਰ ਉਰ ਧੀਰ। ਉਹਨਾਂ ਚਿਰ ਤੇ ਧੀਰਜ ਧਾਰ ਕੇ ਰਹੋ ਨਾ ਇੱਥੇ। ਤੁਸੀਂ ਬੈਠੋ, ਮੈਂ ਜਾਣਾ। ਵੇਖੋ 3 ਕੋ ਮਤਲਬ ਕਿ 6 ਕਿਲੋਮੀਟਰ ਬਣ ਜਾਂਦੇ ਹੋਣੇ ਅੱਜ ਕੱਲ੍ਹ ਦੀ। ਇੰਨੀ ਦੂਰੋਂ ਪਾਣੀ ਮਿਲਣਾ ਹੈਗਾ ਜੀ। ਮੈਂ ਭੱਜਾ ਹੀ ਜਾਵਾਂਗਾ ਤੇ ਭੱਜਾ ਹੀ ਆਵਾਂਗਾ। ਉਹਨਾਂ ਚਿਰ ਇੱਥੇ ਰੁਕੋ। ਹਾਂਜੀ, ਜੇ ਮਮ ਪੀਛੇ ਤ੍ਰਿਖਾ ਮਹਾਨਾ। ਪਰ ਇਹਨਾਂ ਸਫ਼ਰ ਤੈਅ ਕਰਨਾ ਜੀ, ਭੱਜਣ ਵਾਸਤੇ ਬਲ ਚਾਹੀਦਾ। ਭੱਜਣ ਨੂੰ ਵੀ ਸਮਾਂ ਲੱਗਣਾ, ਆਉਂਦਿਆਂ ਵੀ ਸਮਾਂ ਲੱਗਣਾ, ਜਾਨ ਆਉਣ ਲੱਗਿਆ। ਮਾਂ ਜੀ ਸਮਾਂ ਤੇ ਲੱਗ ਹੀ ਜਾਣਾ ਹੈ। ਜੇ ਇਸ ਪਿੱਛੋਂ ਪਿਆਸ ਬਹੁਤ ਤੰਗ ਕਰੇ, ਹਾਂਜੀ, ਲਖ ਹੈ ਕਿ ਹੋਤ ਪ੍ਰਾਨ ਕੀ ਹਾਨਾ। ਤੇ ਤੁਹਾਨੂੰ ਇੰਜ ਲੱਗੇ ਵੀ ਜਿਵੇਂ ਮੈਂ ਮਰ ਚੱਲੀ ਆ, ਮੇਰੇ ਪ੍ਰਾਣ ਨਿਕਲ ਚੱਲੇ ਆ। ਹਾਂਜੀ, ਤੋ ਇਸ ਥਲ ਮੈਂ ਸੂਕੋ ਤਾਲ। ਤੇ ਫਿਰ ਸੁਣ ਲੋ, ਇਸ ਥਾਂ ਤੇ ਇੱਕ ਸੁੱਕਾ ਸਰੋਵਰ ਹੈਗਾ ਜੇ। ਕਹਿਣ ਲੱਗੇ ਉਹ ਸਾਹਮਣੇ ਸੁੱਕਾ ਸਰੋਵਰ ਹੈ, ਭਾਵ ਸਰੋਵਰ ਸੀ ਹੁਣ ਪਾਣੀ ਨਹੀਂ ਹੈਗਾ, ਸੁੱਕਾ ਹੋਇਆ, ਸੁੱਕਾ ਤਲਾਅ ਹੈ। ਲੋਸ਼ਟ ਕੋ ਉਠਾਏ ਤਤਕਾਲ। ਉੱਥੇ ਇੱਕ ਵੱਡੀ ਢੇਮ ਨੂੰ ਚੁੱਕ ਲਿਓ। ਕਹਿਣ ਲੱਗੇ ਸਾਹਮਣੇ ਤਲਾਅ ਹੈ, ਥੋੜਾ ਜਿਹਾ ਉਤਰ ਜਿਓ ਹੇਠਾਂ ਤੇ ਵੱਡੀ ਢੇਮ ਨੂੰ ਚੁੱਕ ਲਿਓ। ਹਾਂਜੀ, ਤਹਿ ਤੇ ਜਲ ਕੋ ਪੀਵਨ ਕੀਜੈ। ਤੇ ਕੀ ਹੋਏਗਾ? ਗੁਰੂ ਸਾਹਿਬ ਕਿਰਪਾ ਕਰਨਗੇ, ਜਦੋਂ ਢੇਮ ਚੁੱਕੋਗੇ ਪਾਣੀ ਦਾ ਫੁਹਾਰਾ ਨਿਕਲ ਆਏਗਾ। ਕਹਿਣ ਲੱਗੇ ਉੱਥੋਂ ਪਾਣੀ ਪੀ ਲਿਓ। ਹਾਂਜੀ, ਪ੍ਰਾਨ ਬਚਾਏ ਆਪਣੇ ਲੀਜੈ। ਤੁਹਾਡੀ ਜਾਨ ਬਚ ਜਾਏਗੀ ਉਹ ਪਾਣੀ ਪੀ ਕੇ। ਹਾਂਜੀ, ਪੁੰਨ ਸੋ ਲੋਸ਼ਟ ਤਹਾਂ ਟਿਕਾਵੋ। ਪਾਣੀ ਪੀ ਕੇ ਢੇਮ ਨੂੰ ਫਿਰ ਉੱਥੇ ਹੀ ਰੱਖ ਦੇਣਾ। ਢੇਮ ਚੁੱਕਣੀ ਹੈ, ਪਾਣੀ ਨਿਕਲ ਜਾਏਗਾ, ਪੀ ਕੇ ਫਿਰ ਢੇਮ ਰੱਖ ਦੇਣੀ ਹੈ। ਹਾਂਜੀ, ਨਹਿ ਦੂਸਰ ਕੇ ਨਿਕਟ ਜਨਾਵੋ। ਇਸ ਗੱਲ ਬਾਰੇ ਕਿਸੇ ਦੂਸਰੇ ਨੂੰ ਨਹੀਂ ਦੱਸਣਾ। ਕਹਿਣ ਲੱਗੇ
ਹੁਣ ਤੁਸੀਂ ਭਾਈ ਭਗਤੂ ਜੀ ਦੀ ਸਮਰੱਥਾ ਵੇਖੋ ਪਿਆਰ ਵਾਲਿਓ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਮਰੱਥਾ ਵੇਖੋ ਤੁਸੀਂ। 6 ਕਿਲੋਮੀਟਰ ਭੱਜੇ ਜਾਣਾ ਤੇ 6 ਕਿਲੋਮੀਟਰ ਭੱਜੇ ਆਉਣਾ ਜੀ, 12 ਕਿਲੋਮੀਟਰ ਹੋ ਗਿਆ। ਪਾਣੀ ਲੈਣ ਜਾਣਾ ਜੀ, ਹਾਂਜੀ। ਤੇ ਭਾਈ ਭਗਤੂ ਜੀ ਦੇ ਬਚਨ ਦਾ ਪ੍ਰਤਾਪ ਹੈ, ਢੇਮ ਚੁੱਕਣੀ ਤੇ ਪਾਣੀ ਨਿਕਲ ਆਉਣਾ ਜੀ, ਹਾਂਜੀ। ਇੰਨੀ ਵੱਡੀ ਕਰਾਮਾਤ ਕੋਲ ਹੈ, ਫਿਰ ਵੀ ਜਣਾ ਨਹੀਂ ਰਹੇ ਜੀ, ਜਣਾ ਨਹੀਂ ਰਹੇ। ਆਪ ਵੀ ਚੁੱਕ ਕੇ ਪਿਆ ਸਕਦੇ ਸੀ, ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਜੀ। ਆਮ ਸਧਾਰਨ ਪੁਰਸ਼ਾਂ ਵਰਗੇ ਰਹੇ। ਇਹ ਵੀ ਉਹਨਾਂ ਆਪਣੀ ਮਾਂ ਨੂੰ ਤਾਂ ਦੱਸਿਆ ਵੀ ਮੌਤ ਨਾ ਹੋ ਜਾਏ ਕਿਤੇ ਜੀ, ਇਹ ਵੀ ਤਾਂ ਦੱਸਿਆ। ਤੇ ਮਾਂ ਨੂੰ ਦੱਸ ਕੇ ਕਹਿਣ ਲੱਗੇ ਪਾਣੀ ਪੀ ਕੇ ਢੇਮ ਉੱਥੇ ਰੱਖ ਦੇਣੀ। ਇਹ ਵੀ ਗੱਲ ਦੱਸਣੀ ਨਹੀਂ ਕਿਸੇ ਨੂੰ, ਕਿਸੇ ਨੂੰ ਦੱਸਣੀ ਨਹੀਂ। ਤੁਸੀਂ ਵੇਖੋ ਕਿੰਨੀ ਪੁਰਾਤਨ ਗੁਰੂ ਕੇ ਸਿੱਖਾਂ ਦੇ ਵਿੱਚ ਕਿੰਨੀਆਂ ਰਹਿਮਤਾਂ ਬਖਸ਼ਿਸ਼ਾਂ ਹੁੰਦੀਆਂ ਸਨ ਜੀ। ਮਤਲਬ ਉਹਨਾਂ ਦੇ ਬਚਨ ਨਾਲ ਸਾਰਾ ਕੁਝ ਹੋ ਜਾਣਾ ਜੀ। ਦੱਸ ਵੀ ਦਿੱਤਾ ਰਾਹ, ਪਰ ਆਪ ਨਹੀਂ ਉਹ ਕੰਮ ਕਰ ਰਹੇ ਜੀ, ਆਪ ਫਿਰ ਖੇਚਲ ਹੀ ਕਰਨ ਦੇ ਜੀ, ਹਾਂਜੀ। ਆਪਨ ਮਾਤ ਕੋ ਇਮ ਸਮਝਾਏ। ਇਹ ਗੱਲ ਭਾਈ ਭਗਤੂ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਨੂੰ ਸਮਝਾਈ ਜੀ। ਚੱਲਿਓ ਗ੍ਰਾਮ ਕੋ ਜਲ ਹਿਤ ਧਾਏ। ਤੇ ਆਪ ਭੱਜੇ ਹੀ ਜਾ ਰਹੇ ਜੀ, ਪਿੰਡ ਵਿੱਚ ਪਿੰਡ ਲੱਭਣ ਭੱਜੇ ਹੀ ਜਾ ਰਹੇ ਨੇ, ਹਾਂਜੀ। ਜਬ ਭਗਤੂ ਕਰ ਬੇਗ ਪਧਾਰਾ। ਭਾਈ ਭਗਤੂ ਜੀ ਭੱਜੇ 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 ਬਹੁਤ ਛੇਤੀ ਨਾਲ ਜਾ ਰਹੇ ਨੇ। ਭਾਈ ਤ੍ਰਿਖਾਤੁਰ ਖੇਦ ਮਝਾਰਾ। ਉਧਰ ਮਾਤਾ ਜੀ ਨੂੰ ਬਹੁਤ ਪਿਆਸ ਲੱਗ ਗਈ ਤੇ ਇਉਂ ਲੱਗ ਰਿਹਾ ਵੀ ਜਿਵੇਂ ਮੌਤ ਹੋ ਜਾਣੀ ਹੈ, ਹਾਂਜੀ। ਰਹਿਓ ਗਇਓ ਨਹਿ ਚੱਲ ਤਿਸ ਥਾਨ। ਬਸ ਫਿਰ ਮਾਤਾ ਜੀ ਕੋ ਰਿਹਾ ਨਾ ਗਿਆ ਤੇ ਮਾਤਾ ਜੀ ਹੌਲੀ ਹੌਲੀ ਉਸ ਪਾਸੇ ਗਏ। ਬਜ਼ੁਰਗ ਸਨ ਨਾ ਜੀ ਉਹ, ਹਾਂਜੀ। ਏਕ ਉਖਾਰਿਓ ਲੁਸ਼ਟ ਮਹਾਨ। ਉਥੋਂ ਇੱਕ ਢੇਮ ਪਰਾਂ ਕੀਤੀ ਜੀ, ਵੱਡੀ ਢੇਮ ਸੀ ਥੋੜੀ, ਉਹ ਪਰਾਂ ਕੀਤੀ। ਸਵਈਆ ਟੀਮ ਉਖਾਰ ਕੇ ਬਾਰ ਪਿਖਿਓ ਬਿਨ ਮੈਲ ਕੇ ਸੀਤਲ ਹੈ ਸਮੁਦਾਈ। ਤੇ ਬਸ ਢੀਮ ਉਖਾਰ ਕੇ ਬਾਹਰ ਪਿਖਿਓ। ਉਸੇ ਵੇਲੇ ਜਦੋਂ ਢੀਮ ਪਰਾਂ ਕੀਤੀ ਤੇ ਮਾਤਾ ਜੀ ਕੀ ਵੇਖਦੇ ਆ, ਨਿਰਮਲ ਪਾਣੀ ਨਿਕਲ ਰਿਹਾ ਜੀ, ਬਿਲਕੁਲ ਸਾਫ਼ ਪੀਣ ਯੋਗ ਪਾਣੀ ਨਿਕਲ ਰਿਹਾ ਜੀ, ਹਾਂਜੀ। ਹੋਏ ਗਈ ਸੋ ਪ੍ਰਸੰਨ ਤਬੈ ਨਿਜ ਹਾਥ ਮਿਲਾਏ ਪਿਖੋ ਜਲ ਮਾਈ। ਤੇ ਬਸ ਉਸੇ ਵੇਲੇ ਹੀ ਮਾਤਾ ਜੀ ਪ੍ਰਸੰਨ ਹੋ ਗਏ ਤੇ ਮਾਤਾ ਜੀ ਨੇ ਹੱਥ ਧੋਤੇ, ਬੁੱਕ ਚ ਲਿਆ ਪਾਣੀ ਤੇ ਜਲ ਛਕਿਆ ਜੀ, ਹਾਂਜੀ। ਮਾਰਗ ਕੇ ਸ਼ਰਮ ਕੋ ਨਿਰਵਾਰਨ ਯੋ ਜਬ ਕੀਨ ਮਿੱਟੀ ਤਪਤਾਈ। ਜਦੋਂ ਮਾਤਾ ਜੀ ਨੇ ਰੱਜ ਕੇ ਜਲ ਛਕ ਲਿਆ ਨਾ ਜੀ ਤੇ ਥਕਾਵਟ ਦੂਰ ਹੋਈ ਜੀ। ਪਾਣੀ ਨੇ ਵਾਹਿਗੁਰੂ, ਪਾਣੀ ਵਿੱਚ ਵਾਹਿਗੁਰੂ ਨੇ ਬੜੀ ਵੱਡੀ ਤਾਕਤ ਰੱਖੀ ਹੈ, ਗੱਜ ਕੇ ਆਖੋ ਵਾਹਿਗੁਰੂ। ਜਲ ਵਿੱਚ ਬੜੀ ਵੱਡੀ ਤਾਕਤ ਰੱਖੀ ਹੈ। ਉਹ ਮਾਤਾ ਜੀ ਦੀ ਥਕਾਵਟ ਦੂਰ ਹੋ ਗਈ ਜੀ, ਹਾਂਜੀ। ਚੀਰ ਪਖਾਰਤ ਨਾਦ ਉਠਾਏ ਨਿਚੋਰ ਕਹਿ ਹੋਏ ਰਹੀ ਸਿਤ ਲਾਈ। ਉਹ ਜਦੋਂ ਇੱਕਦਮ ਫੁਹਾਰਾ ਨਿਕਲਿਆ, ਮਾਤਾ ਜੀ ਦੇ ਕੱਪੜੇ ਗਿੱਲੇ ਹੋ ਗਏ ਜੀ। ਚੁੰਨੀ ਜਿਹੜੀ ਸੀ ਉਹ ਨਿਚੋੜ ਕੇ ਲਾਗੇ ਸੁੱਕਣੇ ਪਾ ਦਿੱਤੀ ਜੀ। ਸਾਰਾ ਸਰੀਰ ਦੇ ਕੱਪੜੇ ਗਿੱਲੇ ਕਰ ਲਏ ਵੀ ਗਰਮੀ ਬੜੀ ਆ, ਚਲੋ ਗਿੱਲੇ ਕੱਪੜੇ ਪਾ ਲਾਂਗੇ, ਥੋੜਾ ਜਿਹਾ ਸਰੀਰ ਨੂੰ ਠੰਡ ਮਹਿਸੂਸ ਹੋਏਗੀ, ਹਾਂਜੀ। ਭੇਡ ਅਜਾਨ ਚਰਾਵਤ ਬ੍ਰਿੰਦਨ ਆਏ ਗਇਓ ਤਬ ਏਕ ਅਯਾਲੀ। ਮਾਤਾ ਜੀ ਨੇ ਪਾਣੀ ਵੀ ਪੀ ਲਿਆ, ਇਸ਼ਨਾਨ ਵੀ ਕਰ ਲਿਆ, ਕੱਪੜੇ ਵੀ ਸੁੱਕਣੇ ਪਾ ਲਏ ਜੀ ਧੋ ਕੇ ਜੀ। ਕੋਲ ਕੱਪੜੇ ਹੋਰ ਸਨ, ਉਹ ਵੀ ਧੋ ਕੇ ਸੁੱਕਣੇ ਪਾ ਲਏ ਜੀ। ਕਿਉਂ ਭਾਈ ਭਗਤੂ ਜੀ ਨੂੰ ਸਮਾਂ ਲੱਗਣਾ ਨਾ ਜੀ। ਉਹਨਾਂ ਚਿਰ ਨੂੰ ਇੱਕ ਭੇਡਾਂ ਚਾਰਦਾ ਹੋਇਆ ਅਯਾਲੀ ਉੱਥੇ ਆ ਗਿਆ ਜੀ, ਭੇਡਾਂ ਚਾਰਨ ਵਾਲਾ, ਹਾਂਜੀ। ਨੀਰ ਅਸ਼ਾਦਨ ਕੀਨ ਨਹੀਂ ਨਿਜ ਬਾਤ ਤਾਤ ਕੀ ਬਾਤ ਨਾ ਚੀਤ ਸੰਮਾਲੀ। ਮਾਤਾ ਜੀ ਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਮੇਰੇ ਪੁੱਤਰ ਨੇ ਕਿਹਾ ਸੀ ਪਾਣੀ ਪੀ ਕੇ ਢੀਮ ਫਿਰ ਉੱਥੇ ਹੀ ਰੱਖ ਦੇਣੀ ਹੈ, ਪਾਣੀ ਰੁਕ ਜਾਏਗਾ। ਖੁਸ਼ੀ ਇੰਨੇ ਹੋਏ ਜੀ, ਉਸ ਗੱਲ ਦਾ ਚੇਤਾ ਭੁੱਲ ਗਿਆ ਜੀ, ਹਾਂਜੀ।
ਭੂਲ ਗਈ ਤਹ ਬੈਠ ਰਹੀ ਨਹਿਰੀ ਤਲਹੀ ਬਿਦ ਤਾਵਨ ਵਾਲੀ। ਉਥੇ ਕੱਪੜੇ ਧੋਣ ਲੱਗ ਪਏ, ਕੱਪੜੇ ਨਿਚੋੜਨ ਲੱਗ ਪਏ, ਸੁੱਕਣੇ ਪਾਲੇ, ਆਪਣੇ ਵੀ ਗਿੱਲੇ ਕਰ ਲਏ, ਬੜੇ ਆਨੰਦ ਨਾਲ ਬੈਠੇ ਮਾਤਾ ਜੀ। ਤੇ ਪਾਣੀ ਦਾ ਫੁਹਾਰਾ ਚੱਲਣ ਦਿਆ ਜੀ ਧਰਤੀ ਚੋਂ, ਤੇ ਸੁੱਕਾ ਤਲਾਅ ਜਿਹੜਾ ਸੀ ਨਾ ਜੀ ਉਹ ਭਰਨਾ ਸ਼ੁਰੂ ਹੋ ਗਿਆ ਜੀ। ਹਾਂਜੀ। ਪਦ ਪਛਾਏ ਮੈਂ ਪੂਤ ਉਡੀਕਤ ਪੂਤ ਮਤੀ ਗੁਣ ਗਿਆਨ ਕੇ ਨਾਲੀ। ਤੇ ਦਰਖਤ ਦੀ ਛਾਂ ਦੇ ਹੇਠਾਂ ਮਾਤਾ ਜੀ ਆਪਣੇ ਪਵਿੱਤਰ ਬੁੱਧੀ ਵਾਲੇ ਪੁੱਤਰ ਨੂੰ ਉਡੀਕ ਰਹੇ ਵੀ ਭਗਤੂ ਆਵੇ ਜੀ। ਹੁਣ ਵੇਖ ਲਓ ਕਰਾਮਾਤ ਦੇ ਹੁੰਦਿਆਂ ਵੀ ਭਾਈ ਭਗਤੂ ਜੀ ਭੱਜੇ ਜਾਂਦੇ ਆ ਤੇ ਜਦ ਲੈ ਕੇ ਫਿਰ ਭੱਜੇ ਹੀ ਆਉਂਦੇ ਆ ਜੀ। ਹਾਂਜੀ। ਬ੍ਰਿੰਦ ਅਜਾ ਜਲ ਕੋ ਪਹਿਚਾਨ ਕੈ ਪੀਵਤ ਹੇਤ ਤਬੈ ਉਤਲਾਈ। ਉਧਰੋਂ ਬੱਕਰੀਆਂ ਉਹ ਉਮੜ ਪਈਆਂ ਵੀ ਅਸੀਂ ਵੀ ਪਾਣੀ ਪੀਣਾ। ਬੱਕਰੀਆਂ ਨੇ ਪਾਣੀ ਵੇਖਿਆ ਉਹ ਤਲਾਬ ਵੱਲ ਦੌੜਨ। ਹਾਂਜੀ। ਦੇਖ ਆਯਾਲ ਵਿਸਾਲ ਹਿਰਦੈ ਬਿਸਮਾਤ ਪਾਇਓ ਕੁਛ ਜਾਨੀ ਨਾ ਜਾਈ। ਉਹ ਬੱਕਰੀਆਂ ਚਾਰਨ ਵਾਲਾ ਅਯਾਲੀ ਰੋਜ਼ ਉਧਰੋਂ ਲੰਘਦਾ ਸੀ। ਉਹਨੇ ਵੇਖਿਆ ਵੀ ਮੈਂ ਰੋਜ਼ ਲੰਘਦਾ, ਇੱਥੇ ਤੇ ਕੋਈ ਸਰੋਵਰ ਨਹੀਂ ਸੀ ਹੈਗਾ, ਇੱਥੇ ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ। ਇੱਕਦਮ ਰਾਤੋਂ ਰਾਤ ਕਿੱਥੋਂ ਸਾਰਾ ਕੁਝ ਪੈਦਾ ਹੋ ਗਿਆ। ਦੂਰ ਲਗੇ ਨਾ ਇਹਾਂ ਕਿਤ ਗ੍ਰਾਮ ਉਜਾਰ ਮਹਾਂ ਜਿਸ ਕੇ ਚਹੋਂ ਘਾਈ। ਫਿਰ ਦੂਰ ਦੂਰ ਤੱਕ ਪਿੰਡ ਨਹੀਂ ਕੋਈ ਹੈਗਾ, ਉਜਾੜ ਜਗ੍ਹਾ, ਉਜਾੜ ਦੇ ਵਿੱਚ ਕਿਵੇਂ ਸਭ ਕੁਝ ਬਣ ਗਿਆ। ਹਾਂਜੀ। ਆਵਤ ਨੀਤ ਬਿਲੋਕਤ ਮੈਂ ਸਭ ਸੂਕਿਓ ਪਰਿਓ ਜਲ ਨਾ ਕਿਸ ਥਾਈ। ਮੈਂ ਰੋਜ਼ ਆਉਣਾ, ਇਹ ਥਾਂ ਸੁੱਕੀ ਪਈ ਹੁੰਦੀ ਆ, ਪਾਣੀ ਦੀ ਬੂੰਦ ਨਹੀਂ ਸੀ ਹੈਗੀ, ਅੱਜ ਕਿੱਥੋਂ ਆ ਗਿਆ ਪਾਣੀ, ਉਹ ਸੋਚ ਰਿਹਾ। ਹਾਂਜੀ। ਜੇਠ ਹੈ ਮਾਸ ਮਹਾਰੁੱਤ ਗ੍ਰੀਖਮ ਸੂਕ ਗਏ ਜਲ ਕੇ ਥਲ ਸਾਰੇ। ਉਤੋਂ ਜੇਠ ਦਾ ਮਹੀਨਾ ਹੈ, ਥਾਵਾਂ ਤੇ ਸਾਰੀਆਂ ਸੁੱਕ ਗਈਆਂ ਨੇ, ਇਹ ਥਾਂ ਤੇ ਕਿਵੇਂ ਪਾਣੀ ਭਰਿਆ ਹੋਇਆ। ਹਾਂਜੀ। ਮੇਘ ਨਹੀਂ ਬਰਖਿਓ ਇਤ ਦੇਸ਼ ਕਹੂੰ ਬਿਨ ਕੂਪ ਤੇ ਨਾਹੇ ਨਿਹਾਰੇ। ਮੀਂਹ ਵੀ ਨਹੀਂ ਪਿਆ ਵੀ ਮੈਂ ਆਖਾਂ ਮੀਂਹ ਦਾ ਪਾਣੀ ਹੋਏਗਾ, ਮੀਂਹ ਵੀ ਨਹੀਂ ਪਿਆ। ਤੇ ਜੇ ਮੀਂਹ ਵੀ ਨਹੀਂ ਪਿਆ, ਖੂਹ ਤੋਂ ਬਗੈਰ ਕਿਤੇ ਪਾਣੀ ਨਹੀਂ ਹੈਗਾ, ਇੱਥੇ ਸਰੋਵਰ ਕਿਵੇਂ ਬਣ ਗਿਆ ਵੀ। ਹਾਂਜੀ। ਕਾਰਨ ਕੌਣ ਤੇ ਸੁੰਦਰ ਨੀਰ ਇਹਾਂ ਪ੍ਰਗਟਿਓ ਮਲਹੀਨ ਬਿਥਾਰੇ। ਕਾਰਨ ਕੌਣ ਤੇ ਸੁੰਦਰ ਨੀਰ ਇਹਾਂ ਪ੍ਰਗਟਿਓ ਮਲਹੀਨ ਬਿਥਾਰੇ। ਕੀ ਕਾਰਨ ਹੈ? ਪੀਣ ਵਾਲਾ ਸਾਫ ਸੁਥਰਾ ਪਾਣੀ ਇੱਥੇ ਜੰਗਲ ਵਿੱਚ ਕਿੱਥੋਂ ਆ ਗਿਆ। ਤੇ ਮਾਤਾ ਜੀ ਆਰਾਮ ਨਾਲ ਬੈਠੇ, ਉਹਨਾਂ ਨੂੰ ਟਾਈਮ ਰੱਖਣ ਦਾ ਚੇਤਾ ਹੀ ਨਹੀਂ ਹੈਗਾ ਜੀ। ਹਾਂਜੀ। ਜਿਉ ਸਲਿਤਾ ਚਲਿਤਾ ਸੋ ਪ੍ਰਵਾਹ ਤਹਾਂ ਇਸ ਥਾਏ ਪਿਖਿਓ ਸੁਖ ਕਾਰੇ। ਕਹਿੰਦੇ ਐ ਲੱਗਦਾ ਜਿਵੇਂ ਨਦੀ ਵਗ ਰਹੀ ਹੋਵੇ। ਅਯਾਲੀ ਸੋਚ ਸੋਚ ਕੇ ਜਿਉਂ ਜਿਉਂ ਸੋਚੀ ਜਾਂਦਾ ਤਿਉਂ ਤਿਉਂ ਨੇੜੇ ਆਈ ਜਾਂਦਾ ਹੈ। ਹਾਂਜੀ। ਸੂਕਤ ਚੀਰ ਨਿਹਾਰਨ ਕੀਨ ਪਿਖੀ ਬਿਰਧਾ ਇੱਕ ਪਾਸ ਹੈ ਮਾਈ। ਥੋੜਾ ਹੋਰ ਨੇੜੇ ਹੋਇਆ, ਕੀ ਵੇਖਿਆ? ਕੱਪੜੇ ਸੁੱਕਣੇ ਪਏ ਐ, ਇੱਕ ਬਜ਼ੁਰਗ ਮਾਤਾ ਰੁੱਖ ਦੇ ਹੇਠਾਂ ਬੈਠੀ ਹੋਈ ਹੈ। ਹਾਂਜੀ। ਜਾਏ ਸਮੀਪ ਅਯਾਲ ਤਬੈ ਤਿਹ ਪੂਸ਼ਤ ਭਾ ਮਤ ਕੋ ਬਿਸਮਾਈ। ਤੇ ਅਯਾਲੀ ਨੇੜੇ ਗਿਆ, ਅਯਾਲੀ ਬਜ਼ੁਰਗ ਮਾਤਾ ਨੂੰ ਹੱਥ ਜੋੜ ਕੇ ਪੁੱਛਣ ਲੱਗਾ ਜੀ। ਹਾਂਜੀ। ਨੀਰ ਕਹੂੰ ਨਹਿ ਤੀਰ ਹੋਤੋ ਇਸ ਰੀਤ ਇਹਾਂ ਇਤਨੋ ਬਿਦਤਾਈ। ਕਹਿੰਦਾ ਮਾਤਾ ਜੀ ਇੱਥੇ ਦੂਰ ਦੂਰ ਤੱਕ ਪਿੰਡ ਨਹੀਂ ਹੈਗਾ, ਮੈਂ ਰੋਜ਼ ਲੰਘਦਾ, ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਮਾਤਾ ਜੀ ਇੱਥੇ ਇੱਕਦਮ ਸਰੋਵਰ ਕਿਵੇਂ ਬਣ ਗਿਆ? ਇੱਕਦਮ ਇੰਨਾ ਪਾਣੀ, ਸਾਫ ਸੁਥਰਾ ਪਾਣੀ, ਪੀਣ ਯੋਗ ਪਾਣੀ, ਬੜੀ ਦੁਰਲੱਭ ਚੀਜ਼ ਹੈ। ਮਾਤਾ ਜੀ ਇਹ ਕਿਵੇਂ ਆ ਗਿਆ ਸਾਰਾ ਕੁਝ? ਕੀਨ ਇਸ਼ਨਾਨ ਤੇ ਪਾਨ ਕਰਿਓ ਕੁਛ ਜਾਣਤ ਹੈ ਮੁਝ ਦੇਹੋ ਬਤਾਈ। ਮਾਤਾ ਜੀ ਇਉਂ ਲੱਗਦਾ ਜਿਵੇਂ ਤੁਸੀਂ ਇਸ਼ਨਾਨ ਵੀ ਕੀਤਾ, ਪਾਣੀ ਵੀ ਪੀਤਾ, ਤੁਹਾਡੇ ਆਉਣ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਸੀ ਹੈਗਾ, ਹੁਣ ਕਿਵੇਂ ਹੋ ਗਿਆ ਸਾਰਾ ਕੁਝ? ਮੈਨੂੰ ਕੁਝ ਦੱਸੋ। ਹਾਂਜੀ। ਕਬਿਤ
अपने वृतांत को बताए दिनों तिसी पास, मेरो पुत्र भगतू है आए पंथ चालते। ਮਾਤਾ ਜੀ ਨੂੰ ਭਾਈ ਭਗਤੂ ਜੀ ਨੇ ਕਿਹਾ ਵੀ ਸੀ, ਮਾਤਾ ਜੀ ਪਾਣੀ ਪੀ ਕੇ ਢੇਮ ਉੱਥੇ ਰੱਖ ਦਿਓ, ਇਹ ਗੱਲ ਦੱਸਣੀ ਵੀ ਨਹੀਂ ਕਿਸੇ ਨੂੰ ਵੀ ਪਾਣੀ ਇੰਜ ਪ੍ਰਗਟ ਹੋਇਆ। ਮਾਤਾ ਜੀ ਨੂੰ ਚੇਤਾ ਭੁੱਲ ਗਿਆ, ਬਜ਼ੁਰਗਾਂ ਨੂੰ ਵੈਸੇ ਚੇਤਾ ਭੁੱਲ ਜਾਂਦਾ ਜੀ, ਗੱਜ ਕੇ ਆਖੋ ਵਾਹਿਗੁਰੂ। ਬਜ਼ੁਰਗਾਂ ਨੂੰ ਵੈਸੇ ਚੇਤਾ ਭੁੱਲ ਜਾਂਦਾ ਜੀ, ਸਮੇਂ ਨਾਲ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਮਾਤਾ ਜੀ ਕਹਿਣ ਲੱਗੇ ਇਹਦੇ 'ਚ ਕਿਹੜੀ ਗੱਲ ਹੈਗੀ ਹੈ, ਮੇਰੇ ਪੁੱਤਰ ਦਾ ਨਾਮ ਭਗਤੂ ਹੈਗਾ। ਕਹਿਣ ਲੱਗੇ ਹੈ ਮੈਂ ਤੇ ਮੇਰਾ ਪੁੱਤਰ ਇਸ ਪਾਸਿਓਂ ਲੰਘ ਰਹੇ ਸਾਂ। ਹਾਂਜੀ ਭਾਈ ਮੈਂ ਤ੍ਰਿਖਾ ਤੁਰ ਬਿਠਾਏ ਕਰ ਗਇਓ ਗ੍ਰਾਮ, ਐਸੋ ਕਹਿਓ ਮੋਕੋ ਪ੍ਰਾਨ ਹਾਨ ਹੈ ਬਿਲਹਾਤੇ। ਮੈਂ ਆਪਣੇ ਪੁੱਤਰ ਨੂੰ ਕਿਹਾ, ਪੁੱਤ ਮੈਂ ਪਾਣੀ ਤੋਂ ਬਗੈਰ ਮਰ ਚੱਲੀ ਆ। ਮੇਰਾ ਪੁੱਤਰ ਮੈਨੂੰ ਇੱਥੇ ਬਿਠਾ ਗਿਆ ਤੇ ਆਪ ਪਾਣੀ ਲੈਣ ਚਲੇ ਗਿਆ, ਪਰ ਉਹ ਮੈਨੂੰ ਕਹਿਣ ਲੱਗਾ, ਮਾਂ ਜੇ ਤੇਰੇ ਪ੍ਰਾਣ ਨਿਕਲ ਜਾਣ, ਇਹ ਤੈਨੂੰ ਐ ਮਹਿਸੂਸ ਹੋ ਰਿਹਾ ਵੀ ਮੇਰੇ ਪ੍ਰਾਣ ਨਿਕਲ ਚੱਲੇ ਆ, ਤੇ ਫਿਰ ਤੂੰ ਇੱਕ ਕੰਮ ਕਰੀ। ਲੋਸ਼ਟ ਉਠਾਏ ਜਲ ਲੀਜੈ ਨਿਜ ਪਾਨ ਕਰ, ਪੀਛੇ ਤੇ ਬੇਪਾਸਾ ਬਹੁ ਤਪਤ ਬਿਸਾਲ ਤੇ ਤੂੰ ਇੱਕ ਕੰਮ ਕਰੀ ਮਾਂ, ਇੱਥੋਂ ਆ ਢੇਮ ਚੁੱਕ ਲਈ, ਇਹ ਸਰੋਵਰ ਹੈ ਸੁੱਕਾ, ਇੱਥੋਂ ਢੇਮ ਚੁੱਕ ਲਈ, ਥੱਲੋਂ ਪਾਣੀ ਪ੍ਰਗਟ ਹੋ ਜਾਏਗਾ, ਪਿਆਸ ਬੁਝਾ ਲਈ। ਮਾਤਾ ਜੀ ਨੂੰ ਦੱਸਦਿਆਂ ਵੀ ਚੇਤਾ ਨਹੀਂ ਆਇਆ ਵੀ ਫਿਰ ਆਖਿਆ ਸੀ ਢੀਮ ਫਿਰ ਰੱਖਣੀ ਹੈ, ਇਸ ਗੱਲ ਦਾ ਦੱਸਦਿਆਂ ਵੀ ਚੇਤਾ ਨਹੀਂ ਆਇਆ ਜੀ। ਹੋਏ ਕੈ ਅਧੀਰ ਮੈਂ ਨਿਕਾਸ ਲੀਨੋ ਨੀਰ ਅਬ। ਫਿਰ ਕੀ ਸੀ ਪੁੱਤਰ, ਜਦੋਂ ਮੈਂ ਬਹੁਤੀ ਅਧੀਰ ਹੋ ਗਈ, ਮੈਨੂੰ ਲੱਗਾ ਵੀ ਹੁਣ ਨਹੀਂ ਜ਼ਿੰਦਗੀ ਰਹਿਣੀ, ਮੈਂ ਢੇਮ ਪਰਾਂ ਕਰ ਲਈ, ਪਾਣੀ ਕੱਢ ਲਿਆ। ਹਾਂਜੀ ਪਾਨ ਕਰ ਸੀਰ ਭਈ ਦੇਖ ਤੋ ਸਮਤਾਲ ਤੇ ਵੇਖਦਾ ਬਣ ਗਿਆ ਕਿ ਨਹੀਂ ਤਾਲ ਇੱਥੇ। ਮਾਤਾ ਜੀ ਨੂੰ ਮਾਣ ਹੋ ਗਿਆ ਵੀ ਮੇਰੇ ਪੁੱਤਰ ਦੀ ਜੀਭ ਤੇ ਰੱਬ ਵਸਦਾ ਹੈ, ਮੇਰੇ ਪੁੱਤਰ ਨੇ ਜੋ ਕਿਹਾ ਉਹ ਸੱਚ ਹੋਇਆ ਹੈ। ਹਾਂਜੀ ਚੌਪਈ ਇਸੀ ਪ੍ਰਕਾਰ ਸੁਨ ਗਿਰਾ ਅਲਾਈ, ਜਾਨੀ ਅਜ਼ਮਤ ਹਿਰਦੈ ਬਿਸਾਲੀ। ਉਹ ਇਆਲੀ ਨੇ ਇਹ ਗੱਲ ਜਦੋਂ ਸੁਣੀ ਤੇ ਸੋਚਿਆ ਵੀ ਇਸ ਮਾਂ ਦਾ ਪੁੱਤ ਬੜਾ ਵੱਡਾ ਕਰਾਮਾਤੀ ਹੋਏਗਾ, ਜਿਹਦੇ ਬਚਨ ਨਾਲ ਪਾਣੀ ਨਿਕਲਿਆ, ਫਿਰ ਵੀ ਇੰਨੀ ਦੂਰ ਪਾਣੀ ਲੈਣ ਆਪ ਗਿਆ ਉਹ। ਹਾਂਜੀ ਪੀਹੋ ਅਜਾ ਨੀਰ ਤਹਿ ਸਬੈ, ਪਾਨ ਇਸ਼ਨਾਨ ਕੀਨ ਤਿਨ ਤਬੈ। ਉਹਨੇ ਬੱਕਰੀਆਂ ਨੂੰ ਵੀ ਪਾਣੀ ਪਿਆਇਆ, ਆਪ ਵੀ ਪਾਣੀ ਪੀਤਾ ਤੇ ਇਸ਼ਨਾਨ ਵੀ ਕੀਤਾ ਜੀ ਉਹਨੇ ਜੀ, ਇਆਲੀ ਨੇ। ਭਗਤੂ ਆਏ ਗਇਓ ਤਿਸ ਕਾਲਾ, ਜਲ ਕੀ ਰਚਨਾ ਪਿਖੇ ਬਿਸਾਲਾ। ਉਧਰੋਂ ਇੱਕ ਭਾਂਡੇ 'ਚ ਪਾਣੀ ਲੈ ਕੇ ਆਪਣੀ ਮਾਤਾ ਜੀ ਨੂੰ ਛਕਾਉਣ ਵਾਸਤੇ ਭਾਈ ਭਗਤੂ ਜੀ ਆ ਰਹੇ ਆ, ਤੇ ਆਉਂਦਿਆਂ ਨੂੰ ਭਾਈ ਭਗਤੂ ਜੀ ਨੇ ਕੀ ਵੇਖਿਆ ਵੀ ਉੱਥੇ ਤੇ ਸਰੋਵਰ ਹੀ ਬਣਿਆ ਪਿਆ ਜੀ, ਉੱਥੇ ਤੇ ਥਾਂ ਭਰੀ ਪਈ ਹੈ ਜਲ ਦੇ ਨਾਲ। ਮਾਤਾ ਸਾਥ ਕਹਿਓ ਕਿਆ ਕੀਨਾ। ਆਉਂਦਿਆਂ ਹੀ ਆਪਣੀ ਮਾਤਾ ਜੀ ਨੂੰ ਭਾਈ ਭਗਤੂ ਜੀ ਨੇ ਕਿਹਾ, ਮਾਂ ਇਹ ਕੀ ਕੀਤਾ ਹੀ। ਕਹਿਣ ਲੱਗੇ ਇਹ ਕੀ ਕੀਤਾ। ਹਾਂਜੀ ਪੀ ਕਰ ਕਿਉਂ ਨਾ ਅਸ਼ਾਦ ਸੋ ਦੀਨਾ। ਚਲੋ ਜੇ ਪਾਣੀ ਪੀ ਲਿਆ ਸੀ ਤੇ ਢੇਮ ਰੱਖ ਕੇ ਪਾਣੀ ਨੂੰ ਟਕਿਆ ਕਿਉਂ ਨਹੀਂ। ਕਹਿਣ ਲੱਗੇ ਵੇਖ ਲੋ ਬੰਦਗੀ ਦਾ ਪ੍ਰਤਾਪ ਹੈ ਉਹਨਾਂ ਦੀ, ਭਾਈ ਭਗਤੂ ਜੀ ਦੀ। ਕਹਿਣ ਲੱਗੀ ਮੁਝ ਅਧਿਕ ਬੇਪਾਸਾ। ਕਹਿਣ ਲੱਗੀ ਮਾਂ ਨੇ ਕਿਹਾ, ਓਹ ਮੈਨੂੰ ਤੇ ਚੇਤਾ ਭੁੱਲ ਗਿਆ, ਮੈਨੂੰ ਤੇ ਪਿਆਸ ਹੀ ਬਹੁਤ ਲੱਗੀ ਹੋਈ ਸੀ। ਹੇ ਸੁਤ ਤਉ ਮੈਂ ਨੀਰ ਨਿਕਾਸਾ। ਤੇ ਪੁੱਤਰ ਮੈਂ ਜਦੋਂ ਪਾਣੀ ਕੱਢਿਆ ਮੈਂ ਕਿਹਾ ਕੱਪੜੇ ਵੀ ਧੋ ਲਾਂ, ਮੈਂ ਕੱਪੜੇ ਵੀ ਧੋ ਲਏ ਇੱਥੋਂ। ਕਰਤ ਇਸ਼ਨਾਨ ਅਜਾ ਬਹੁ ਆਈ। ਤੇ ਮੈਂ ਇਸ਼ਨਾਨ ਪਾਨ ਕਰਕੇ ਬੈਠ ਗਈ ਤੇ ਬੱਕਰੀਆਂ ਆ ਗਈਆਂ। ਹਾਂਜੀ ਪਾਣੀ ਪਾਨ ਕਿਉਂ ਕਿਉ ਤ੍ਰਿਪਤਾਈ। ਤੇ ਬੱਕਰੀਆਂ ਨੇ ਵੀ ਪਾਣੀ ਪੀ ਲਿਆ ਫਿਰ। ਹਾਂਜੀ ਨਹੀਂ ਯਾਦ ਮੇਰੇ ਪੁਨ ਰਹਿਓ। ਪੁੱਤਰ ਜੋ ਤੂੰ ਕਿਹਾ ਸੀ ਮੁੜ ਵਾਲੀ ਗੱਲ ਨਹੀਂ ਮੈਨੂੰ ਚੇਤਾ ਰਹੀ ਵੀ ਇਹਨੂੰ ਢੱਕ ਵੀ ਦੇਣਾ ਪਾਣੀ ਨੂੰ। ਹਾਂਜੀ ਨੀਰ ਛਪਾਵਨ ਜੋ ਤੈਂ ਕਹਿਓ। ਹਾਂਜੀ ਤਬ ਹੀ ਆਇਓ ਨਿਕਟ ਅਯਾਲੀ। ਕੀਨ ਬੰਦਨਾ ਬਿਨੈ ਬਿਸਾਲੀ। ਅੱਜ ਇਹ ਗੱਲ ਮਾਤਾ ਜੀ ਕਰਨ ਹੀ ਦੇ ਸਨ। ਅਯਾਲੀ ਆਇਆ, ਉਹਨੇ ਭਾਈ ਭਗਤੂ ਜੀ ਨੂੰ ਮੱਥਾ ਟੇਕ ਦਿੱਤਾ ਜੀ। ਧੰਨ ਜੇ ਤੁਸੀਂ ਕਹਿਣ ਲੱਗੇ। ਆਪਾਂ ਵੀ ਹੱਥ ਜੋੜ ਕੇ ਨਾ
ਸਿਰ ਨਵਾਓ ਤੇ ਕਹੋ ਗੁਰੂ ਦੇ ਸਿੱਖ ਨੂੰ ਧੰਨ ਧੰਨ। ਆਖੋ ਸਾਰੇ ਧੰਨ ਧੰਨ ਭਾਈ ਭਗਤੂ ਜੀ। 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 ਅਯਾਲੀ ਆਇਆ, ਉਹਨੇ ਭਾਈ ਭਗਤੂ ਜੀ ਨੂੰ ਮੱਥਾ ਟੇਕਿਆ ਜੀ। ਨਾਲੇ ਮੱਥਾ ਟੇਕਿਆ, ਨਾਲੇ ਬੇਨਤੀ ਕੀਤੀ ਜੀ ਕਿਰਪਾ ਕਰੋ, ਤੁਹਾਡੀ ਰਸਨਾ ਤੇ ਰੱਬ ਵਸਦਾ ਹੈ, ਮੈਨੂੰ ਵੀ ਰੱਬ ਵਾਲੇ ਪਾਸੇ ਲਾਓ ਕਹਿਣ ਲੱਗਾ, ਮੈਨੂੰ ਵੀ ਰੱਬ ਨਾਲ ਜੋੜੋ ਕਹਿਣ ਲੱਗਾ। ਜੁੜਿਆ ਹੋਇਆ ਸਾਧ ਸੰਗਤ ਜੀ ਜੋੜ ਸਕਦਾ ਹੈ, ਜਿਹੜਾ ਆਪ ਟੁੱਟਾ ਉਹਨੇ ਕੀ ਕਿਸੇ ਨੂੰ ਜੋੜਨਾ ਹੈ ਜੀ। ਹਿਆਲੀ ਦੇ ਭਾਗ ਚੰਗੇ, ਕਹਿੰਦਾ ਜੀ ਕਿਰਪਾ ਕਰੋ ਮੈਨੂੰ ਵੀ ਜੋੜੋ ਵਾਹਿਗੁਰੂ ਦੇ ਨਾਲ। ਹਾਂਜੀ, ਸਤਨਾਮ ਤਿਹ ਦੈ ਉਪਦੇਸ਼ਾ। ਭਾਈ ਭਗਤੂ ਜੀ ਕਹਿਣ ਲੱਗੇ ਗੁਰਮੁਖਾ ਬੋਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਇਹ ਬੋਲਿਆ ਕਰ ਕਹਿਣ ਲੱਗੇ। ਆਏ ਆਪਣੇ ਸਦਨ ਪਰਵੇਸ਼ਾ। ਲਓ ਜੀ ਉਹ ਇਹ ਆਲੀ ਤੇ ਨਾਮ ਜਪਣ ਲੱਗ ਪਿਆ। ਥੋੜੇ ਸਮੇਂ ਲਈ ਗੁਰੂ ਦੇ ਸਿੱਖ ਦੇ ਦਰਸ਼ਨ ਕੀਤੇ, ਇਹ ਆਲੀ ਦਾ ਵੀ ਭਲਾ ਹੋ ਗਿਆ ਜੀ, ਭਲਾ ਹੋ ਗਿਆ ਜੀ। ਉਹ ਵੀ ਨਾਮ ਜਪਣ ਲੱਗ ਪਿਆ, ਉਹਦੇ ਤੇ ਵੀ ਮਿਹਰ ਹੋ ਗਈ ਜੀ। ਭਾਈ ਭਗਤੂ ਜੀ ਆਪਣੇ ਮਾਤਾ ਜੀ ਦੇ ਨਾਲ ਆ ਗਏ। ਸੰਗਤ ਜੀ ਅੱਜ ਵੀ ਉੱਥੋਂ ਜਲ ਨਿਕਲਦਾ ਹੈ, ਉਹ ਟਾਈਮ ਫਿਰ ਕਿਸੇ ਨੇ ਰੱਖੀ ਨਹੀਂ ਜੀ ਉੱਥੇ ਜੀ। ਬਠਿੰਡੇ ਦੇ ਲਾਗੇ ਸੇਵੇਵਾਲ ਦੇ ਲਾਗੇ ਚਾਗੇ ਅਸਥਾਨ ਹੈ, ਮੈਨੂੰ ਮਹਾਂਪੁਰਖਾਂ ਨੇ ਦੱਸਿਆ ਸੀ, ਕਹਿੰਦੇ ਅੱਜ ਵੀ ਉੱਥੋਂ ਉਹ ਜਲ ਨਿਕਲ ਰਿਹਾ ਹੈ ਜੀ। ਭਾਈ ਭਗਤੂ ਜੀ ਦਾ ਬਚਨ ਅੱਜ ਵੀ ਸੱਚਾ ਹੈ। ਚੇਤਾ ਰੱਖਿਓ ਗੁਰੂ ਸਾਹਿਬਾਂ ਦੇ ਬਚਨ ਅੱਜ ਵੀ ਵਰਤਦੇ ਹੈ। ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ ਉਹਨਾਂ ਦੇ ਬਚਨ ਵੀ ਅੱਜ ਵੀ ਵਰਤ ਰਹੇ ਨੇ ਜੀ। ਉਹਨਾਂ ਦੀਆਂ ਬਰਕਤਾਂ ਵੀ ਉਵੇਂ ਚੱਲਣ ਦਈਆਂ। ਧੰਨ ਗੁਰੂ ਪਿਆਰੇ। ਹਾਂਜੀ, ਜ਼ਾਹਰ ਭਇਓ ਜਗਤ ਮੈਂ ਤਬੈ। ਕਹਿੰਦੇ ਫਿਰ ਉਸ ਦਿਨ ਤੋਂ ਭਾਈ ਭਗਤੂ ਜੀ ਜ਼ਾਹਰ ਹੋ ਗਏ ਜੀ। ਜਿਹੜੀ ਕਰਾਮਾਤ ਲੁਕੋ ਕੇ ਰੱਖੀ ਸੀ ਨਾ, ਦੱਸਦੇ ਨਹੀਂ ਸੀ ਕਿਸੇ ਨੂੰ, ਉਸ ਦਿਨ ਤੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਈ ਭਗਤੂ ਜੀ ਵਾਕਈ ਬੜੀ ਵੱਡੀ ਗੱਲ ਵਾਲੇ ਹੈਗੇ। ਕਰਹਿ ਭਗਤ ਭਗਤੂ ਕੀ ਸਬੈ। ਵਾਹ ਜੀ ਵਾਹ, ਸਾਰੇ ਭਾਈ ਭਗਤੂ ਜੀ ਦੀ ਭਗਤੀ ਕਰਨ ਲੱਗ ਪਏ ਜੀ। ਭਾਵ ਭਾਈ ਭਗਤੂ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ, ਭਾਈ ਭਗਤੂ ਜੀ ਨੂੰ ਵੀ ਮੰਨਣ ਲੱਗ ਪਏ ਸਾਰੇ ਜੀ। ਜੰਗਲ ਕੇ ਜੋ ਗ੍ਰਾਮ ਹੈ ਸਾਰੇ। ਮਾਲਵੇ ਦੇ ਜਿੰਨੇ ਵੀ ਪਿੰਡ ਨੇ ਨਾ ਜੀ, ਹਾਂਜੀ, ਆਵੇਂ ਹੈ ਚਰਨ ਕਮਲ ਸਿਰ ਧਾਰੇ। ਉਹ ਸਾਰੇ ਪਿੰਡਾਂ ਦੀਆਂ ਸੰਗਤਾਂ ਆ ਕੇ ਭਾਈ ਭਗਤੂ ਜੀ ਨੂੰ ਮੱਥਾ ਟੇਕਣ ਲੱਗ ਪਈਆਂ ਜੀ। ਗੁਰੂ ਰਾਮਦਾਸ ਜੀ ਨੇ ਬਾਬਾ ਆਦਮ ਜੀ ਨੂੰ ਕਿਹਾ ਸੀ ਨਾ, ਪੁੱਤ ਪੈਦਾ ਹੋਏਗਾ, ਪੂਜਨੀਕ ਪੁੱਤ ਪੈਦਾ ਹੋਏਗਾ, ਉਹਦੀ ਪੂਜਾ ਹੋਇਆ ਕਰੇਗੀ। ਸੋ ਸੰਗਤ ਦੀ ਭਾਈ ਭਗਤੂ ਜੀ ਦੀ ਪੂਜਾ ਹੋਣ ਲੱਗ ਪਈ ਜੀ। ਦੇਹ ਅਮੰਤ ਅਚਾਏ ਆਹਾਰਾ। ਭਾਈ ਭਗਤੂ ਜੀ ਨੂੰ ਘਰ ਸੱਦਦੀਆਂ ਸੰਗਤਾਂ, ਪ੍ਰਸ਼ਾਦਾ ਪਾਣੀ ਛਕਾਉਂਦੀਆਂ ਨੇ, ਪੂਜਾ ਕਰੇ ਅਨੇਕ ਪ੍ਰਕਾਰ। ਬੜੇ ਤਰੀਕਿਆਂ ਨਾਲ ਭਾਈ ਭਗਤੂ ਜੀ ਦਾ ਸਤਿਕਾਰ ਕਰਦੀਆਂ, ਭਾਈ ਭਗਤੂ ਜੀ ਦੀ ਪੂਜਾ ਕਰਦੀਆਂ ਜੀ। ਗੁਰੂ ਰਾਮਦਾਸ ਜੀ ਦਾ ਹੀ ਰੂਪ ਨੇ ਭਾਈ ਭਗਤੂ ਜੀ। ਸ਼੍ਰੀ ਗੁਰ ਅਰਜਨ ਜੀ ਜਿਸ ਕਾਲ। ਤੇ ਜਿਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਰਚਨ ਲੱਗੇ ਸ਼੍ਰੀ ਅੰਮ੍ਰਿਤ ਤਾਲ। ਮਹਾਰਾਜ ਅੰਮ੍ਰਿਤ ਸਰੋਵਰ ਦਾ ਨਿਰਮਾਣ ਕਰਨ ਲੱਗੇ ਨਾ ਜੀ। ਹਾਂਜੀ, ਕਰਤ ਭਇਓ ਤਨ ਮਨ ਤੇ ਕਾਰ। ਉਸ ਸਮੇਂ ਭਾਈ ਭਗਤੂ ਜੀ ਵੀ ਆ ਕੇ ਸੇਵਾ ਕਰਨ ਲੱਗ ਪਏ ਜੀ, ਤਨੋ ਮਨੋ ਜੀ। ਹੁਣ ਜਿਸ ਸਰੋਵਰ ਦੀ ਪੁਟਾਈ ਖੁਦਾਈ ਦੇ ਸਮੇਂ ਬ੍ਰਹਮ ਗਿਆਨੀ ਆ ਕੇ ਸੇਵਾ ਕਰਨ ਦੇ ਹੋਣਗੇ, ਉਸ ਸਰੋਵਰ ਦੇ ਜਲ ਨੂੰ ਕਹਿਣਾ ਜੀ ਪਾਣੀ ਹੈ, ਕੈਨੀਆਂ ਭਰ ਕੇ ਲੈ ਆਉਂਦੇ ਹੋ, ਪਾਣੀ ਚੁੱਕ ਕੇ ਲੈ ਆਉਂਦੇ ਹੋ, ਉਹ ਬੰਦਾ ਮੂਰਖ ਹੀ ਹੈ ਨਾ ਫਿਰ ਜੀ। ਹਾਂਜੀ, ਜਿਸ ਸਰੋਵਰ ਦੇ ਖੁਦਾਈ ਸਮੇਂ ਏਡੇ ਬ੍ਰਹਮ ਗਿਆਨੀਆਂ ਨੇ ਆ ਕੇ ਸੇਵਾ ਕੀਤੀ ਹੋਵੇ, ਉੱਥੇ ਕਿੰਨੀਆਂ ਬਰਕਤਾਂ ਰਹਿਮਤਾਂ ਤੇ ਬਖਸ਼ਿਸ਼ਾਂ ਵਰਤਦੀਆਂ, ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਜੀ। ਹਾਂਜੀ, ਸਤਨਾਮ ਮਹਿ ਲਿਵ ਇਕ ਤਾਰ। ਐਸੇ ਭਾਈ ਭਗਤੂ ਜੀ ਸਰੋਵਰ ਦੀ ਸੇਵਾ ਕਰ ਰਹੇ ਹੈ, ਤੇ ਸੇਵਾ ਕਰਦਿਆਂ ਕਰਦਿਆਂ ਧਿਆਨ ਵਾਹਿਗੁਰੂ ਜੀ ਦੇ ਵਿੱਚ ਹੀ ਲਾਇਆ ਹੋਇਆ ਜੀ ਉਹਨਾਂ ਨੇ ਆਪਣਾ।
ਮਿਰਤ ਕਾ ਖਨ ਹੈ ਸੋ ਸੀਸ ਉਠਾਵੈ ਹੈ। ਆਪ ਕਈ ਵਾਉਂਦੇ ਐ, ਮਿੱਟੀ ਪੁੱਟਦੇ ਐ, ਫਿਰ ਸਿਰ ਤੇ ਚੁੱਕ ਕੇ ਬਾਹਰ ਸੁੱਟ ਕੇ ਆਉਂਦੇ ਐ। ਵਹਿਰ ਤਾਲ ਤੇ ਦੂਰ ਗਿਰਾਵੈ। ਦੂਰ ਥਾਂ ਤੇ ਮਿੱਟੀ ਆਪ ਸੁੱਟ ਕੇ ਆਉਂਦੇ ਐ। ਉਹ ਭਾਈ ਭਗਤੂ ਜੀ ਜਿਨ੍ਹਾਂ ਦੀ ਸੰਗਤਾਂ ਪੂਜਾ ਕਰਦੀਆਂ ਨੇ। ਹਾਂਜੀ, ਬੜੀ ਪ੍ਰਾਤ ਤੇ ਲੱਗ ਹੈ ਕਰਬੇ। ਬਸ ਅੰਮ੍ਰਿਤ ਵੇਲੇ ਹੀ ਸਰੋਵਰ ਦੀ ਸੇਵਾ ਵਿੱਚ ਲੱਗ ਜਾਂਦੇ ਭਾਈ ਭਗਤੂ ਜੀ, ਸੰਧਿਆ ਲਓ ਠਨ ਹਿਤ ਧਰਬੇ। ਤੇ ਸ਼ਾਮਾਂ ਤੱਕ ਫਿਰ ਭਾਈ ਭਗਤੂ ਜੀ ਬ੍ਰੇਕ ਨਹੀਂ ਲਾਉਂਦੇ ਜੀ। ਭਾਈ ਭਗਤੂ ਜੀ ਸੇਵਾ ਕਰੀ ਜਾਂਦੇ, ਕਰੀ ਜਾਂਦੇ, ਕਰੀ ਜਾਂਦੇ ਜੀ। ਤੇ ਐਸੀਆਂ ਗੱਲਾਂ ਸੁਣ ਕੇ ਤੇ ਜ਼ਬਰਦਸਤੀ ਸਰੋਵਰ 'ਚ ਇਸ਼ਨਾਨ ਕਰਨ ਨੂੰ ਜੀ ਕਰਦਾ ਜੀ। ਹਾਂਜੀ, ਜਿੱਥੇ ਏਡੇ ਏਡੇ ਪਿਆਰਿਆਂ ਨੇ ਸੇਵਾ ਕੀਤੀ ਹੋਵੇ ਜੀ। ਹੁਣ ਤੁਸੀਂ ਇੱਕ ਅੰਦਾਜ਼ਾ ਲਾਓ, ਭਾਈ ਭਗਤੂ ਜੀ ਮਾਂ ਨੂੰ ਕਹਿੰਦੇ ਵੀ ਮਾਂ ਇੱਥੋਂ ਟੇਮ ਚੁੱਕ, ਪਾਣੀ ਨਿਕਲੇਗਾ। ਟੇਮ ਚੁੱਕੀ, ਪਾਣੀ ਨਿਕਲਿਆ ਤੇ ਸਰੋਵਰ ਬਣ ਗਿਆ ਜੀ ਉੱਥੇ ਜੀ। ਭਾਈ ਭਗਤੂ ਜੀ ਗੁਰੂ ਦੇ ਸਿੱਖ ਨੇ ਜੀ। ਹਾਂਜੀ, ਜੇ ਭਾਈ ਭਗਤੂ ਜੀ 'ਚ ਇੰਨੀ ਸ਼ਕਤੀ ਹੈ ਤੇ ਗੁਰੂ ਸਾਹਿਬ 'ਚ ਕਿੰਨੀ ਸ਼ਕਤੀ ਹੋਏਗੀ। ਹਾਂਜੀ, ਉੱਥੇ ਸਰੋਵਰ ਬਣਾਉਣਾ ਔਖਾ ਕੰਮ ਨਹੀਂ, ਪਰ ਫਿਰ ਵੀ ਮਹਾਰਾਜ ਸਿੱਖਾਂ ਕੋਲੋਂ ਸੇਵਾ ਕਰਾ ਰਹੇ। ਤੇ ਸਿੱਖ ਵੀ ਉਹ ਸੇਵਾ ਕਰ ਰਹੇ ਆ ਜਿਹੜੇ ਢੇਮ ਹੀ ਚੁਕਾਉਣ ਤੇ ਸਰੋਵਰ ਬਣਾ ਦੇਣ। ਉਹ ਮਿੱਟੀ ਪੁੱਟਣ ਦੇ ਆ ਕੇ। ਤੇ ਤੁਸੀਂ ਸੋਚ ਕੇ ਵੇਖੋ, ਅੰਦਾਜ਼ਾ ਲਾ ਕੇ ਵੇਖੋ, ਇਹ ਸਰੋਵਰ ਕਿੰਨਾ ਮਹਾਨ ਹੈ, ਕਿੰਨਾ ਮਹਾਨ ਹੈ। ਸਿੱਖ ਵੀ ਉਹ ਸੇਵਾ ਕਰ ਰਹੇ ਆ ਜਿਹੜੇ ਇੱਕ ਢੇਮ ਚੁਕਾਉਣ ਤੇ ਸਰੋਵਰ ਬਣਾ ਦੇਣ ਜੀ। ਧੰਨ ਹੈ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਨੇ ਗੁਰੂ ਜੀ ਦੇ ਸਿੱਖ। ਜੇ ਗੁਰੂ ਜੀ ਵੀ ਨਿਮਰਤਾ ਦੇ ਸਿਖਰ ਨੇ ਤੇ ਗੁਰੂ ਜੀ ਦੇ ਸਿੱਖ ਵੀ ਨਿਮਰਤਾ ਦੇ ਸਿਖਰ ਹੀ ਨੇ। ਗਰੀਬ ਨਵਾਜ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਧੰਨ ਨੇ ਗੁਰੂ ਜੀ ਤੇ ਧੰਨ ਨੇ ਗੁਰੂ ਜੀ ਦੇ ਪਿਆਰੇ ਸਿੱਖ। ਇੰਨੀਆਂ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਨੂੰ ਜਰ ਕੇ ਰੱਖਿਆ ਹੋਇਆ ਜੀ, ਜਰ ਕੇ ਰੱਖਿਆ ਹੋਇਆ। ਤਾਣ ਹੁੰਦਾ ਹੋਏ ਨਿਤਾਣਾ। ਮਹਾਰਾਜ ਕਹਿੰਦੇ ਆ ਮਾਣ ਹੋਵੇ ਨਿਮਾਣਾ ਹੋ ਕੇ ਰਵੇ। ਤੇ ਅਣ ਹੁੰਦਾ ਹੀ ਆਪਣੇ ਆਪ ਨੂੰ ਸਦਾਵੇ। ਇਹੋ ਜਿਹਾ ਤੇ ਕੋਈ ਵਿਰਲਾ ਹੀ ਭਗਤ ਹੈਗਾ ਨਾ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ